स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी। तो उन्होंने जी आया। बहुत बहुत शुक्रिया रंधावा जी। हरन सत श्री अकाल जी। शायरां दी जुबान तो परिस्थितियां नूं परिभाषित करन दा यतन करदे आ डॉक्टर बशीर अनवर ਉਹ ਲਿਖਦੇ ਆ, ਰਾਹਾਂ ਰਸਤਿਆਂ ਦੀ ਪਛਾਣ ਰਹਿਣ ਦੇ, ਕੋਈ ਤੇ ਵਾਪਸੀ ਦਾ ਇਮਕਾਨ ਰਹਿਣ ਦੇ, ਦਿਲ ਤੇ ਤੂੰ ਖੋਹ ਲਿਆਏ ਅਥਰੂ ਤਾਂ ਮੋੜ ਦੇ, ਥੋੜਾ ਜਿਹਾ ਤੇ ਘਰ ਦਾ ਸਮਾਨ ਰਹਿਣ ਦੇ। ਥੋੜਾ ਜਿਹਾ ਹੋਰ ਅੱਗੇ ਚੱਲਦੇ ਆ। ਆਪਣੇ ਅਮਰੀਕ ਸਿੰਘ ਪੂਨੀ ਸਾਬਕਾ ਆਈਐਸ ਸਾਬਕਾ ਅਫਸਰ ਸ਼ਾਹ ਉਹ ਲਿਖਦੇ ਆ, ਦੋਸਤਾਂ ਤੁਰ ਜਾਣੀਆਂ ਨੇ ਸਾਰੀਆਂ, ਪਾਤਸ਼ਾਹੀਆਂ ਪਦਵੀਆਂ ਸਰਦਾਰੀਆਂ, ਨਿਭਦੀਆਂ ਨੇ ਜ਼ਿੰਦਗੀ ਦੇ ਅੰਗ ਸੰਗ ਊਣਤਾਈਆਂ ਅੜਚਣਾ ਦੁਸ਼ਵਾਰੀਆਂ, ਕੱਚ ਨੂੰ ਵੀ ਆਖਣਾ ਹੀਰਾ ਸਦਾ, ਚਾਪਲੂਸਾਂ ਚਾਕਰਾਂ ਦਰਬਾਰੀਆਂ। ਸਿਮਰਨਜੀਤ ਸਿੰਘ ਮਾਨ ਬਿਲਕੁਲ ਵੱਖਰਾ ਕੁਝ ਕਹਿ ਰਿਹਾ। ਕਿਉਂ ਕਹਿ ਰਹੇ ਆ? ਟਾਈਮਿੰਗ ਨੂੰ ਲੈ ਕੇ ਮੈਂ ਸਭ ਤੋਂ ਤੇਜ਼ ਤਰਾਰ ਸਿਆਸਤਦਾਨਾਂ 'ਚ ਮੰਨਦਾ ਹੈ ਸਿਮਰਨਜੀਤ ਸਿੰਘ ਮਾਨ ਨੂੰ। ਉਹ ਕਿਉਂ ਕਹਿ ਰਹੇ ਨੇ ਕਿ ਉਹਨਾਂ ਨੇ ਵਿਦੇਸ਼ਾਂ 'ਚ ਸੈਟਲ ਕਰਵਾਉਣ ਲਈ ਚਿੱਠੀਆਂ ਜਾਰੀ ਕੀਤੀਆਂ? ਕਿਉਂ ਕਹਿ ਰਹੇ ਨੇ? ਆਖਰ ਮਕਸਦ ਕੀ ਆ? ਉਹ ਕਿਉਂ ਇਸ ਮਾਮਲੇ 'ਚ ਆਪਣਾ ਢਿੱਡ ਨੰਗਾ ਕਰ ਰਿਹਾ? ਇਹ ਬਹੁਤ ਅਹਿਮ ਸਵਾਲ ਆ। ਇਹਦੇ ਨਾਲ ਨਾਲ ਚੱਲਦੇ ਆ ਕਿ ਜਲੰਧਰ ਦੀ ਜ਼ਿਮਨੀ ਚੋਣ ਔਰ ਅੰਮ੍ਰਿਤਪਾਲ ਦੇ ਵਰਤਾਰੇ 'ਚ ਕੋਈ ਆਪਸੀ ਸਾਂਝ ਹੈ। ਕ੍ਰਿਸਚਨ ਇੱਕ ਨਵਾਂ ਅਮਰਜ ਹੋ ਰਿਹਾ ਵਰਤਾਰਾ ਹੈ ਔਰ ਕਾਂਗਰਸੀ ਦਾ ਇਹਨਾਂ ਸਫਾ ਦੇ ਵਿੱਚ ਸੱਤਾਧਾਰੀਆਂ ਦੀ ਸਫਾ 'ਚ ਆ ਕੇ ਹੁਣ ਇਹ ਕਿੰਨਾ ਅਸਰਅੰਦਾਜ਼ ਹੋਊਗਾ ਸਾਰਾ ਚੋਣ ਦ੍ਰਿਸ਼, ਇਹ ਬਹੁਤ ਅਹਿਮ ਆ। ਇਸੇ ਦੌਰ ਦੇ ਵਿੱਚ ਸਰਬੱਤ ਖਾਲਸਾ ਨੂੰ ਲਗਭਗ ਨਾ ਹੋ ਗਈ ਆ। ਸਿੰਘ ਸਾਹਿਬ ਨੇ ਕੋਈ ਹੋਰ ਪ੍ਰੋਗਰਾਮ ਦਿੱਤਾ ਹੈ। ਦਲ ਖਾਲਸਾ ਇਹਨੂੰ ਉਚਿਤ ਸਮਾਂ ਨਾ ਕਹਿ ਕੇ ਪਾਸੇ ਕਰ ਰਿਹਾ। ਥੋੜਾ ਜਿਹਾ ਅੱਗੇ ਚੱਲਦੇ ਆ। ਆਮ ਆਦਮੀ ਪਾਰਟੀ ਦੋ ਪੱਧਰਾਂ ਦੇ ਉੱਤੇ ਖੜੀ ਹੈ। ਇੱਕ ਉਹ ਨਸ਼ੇ ਨੂੰ ਮੁੱਦਾ ਬਣਾ ਰਹੀ ਹੈ। ਇੱਕ ਚੰਗੀ ਗੱਲ ਮੈਨੂੰ ਜਿਹੜੀ ਬਹੁਤ ਚੰਗੀ ਲੱਗੀ ਆ ਮੁੱਖ ਮੰਤਰੀ ਦੇ ਮੂੰਹੋਂ, ਬਣਦੀ ਹੈ ਸਿਫਤ ਕਰਨੀ ਜਿੱਥੇ ਹੋਵੇ, ਅਸੀਂ ਮਾਰੇ ਗਏ ਕਿਉਂਕਿ ਸਾਡੇ ਕੋਲੋਂ ਅਫਸਰ ਪੈਦਾ ਹੋਣੋਂ ਹਟ ਗਏ। ਅਸੀਂ ਮਾਰੇ ਗਏ ਕਿਉਂਕਿ ਅਸੀਂ ਬਿਹਤਰ ਉਹ ਲੋਕ ਪੈਦਾ ਨਹੀਂ ਕਰ ਸਕੇ ਜਿੰਨਾ ਸਾਨੂੰ ਲੀਡ ਕਰਨਾ ਹੈ। ਸੋ ਹੁਣ ਜੇ ਪੰਜਾਬ ਸਰਕਾਰ UPSC ਦੀ ਤਿਆਰੀ ਲਈ ਕੋਈ ਅਕੈਡਮੀਆਂ ਖੋਲਦੀ ਆ, ਇਹਨੂੰ ਐਪਰੀਸ਼ੀਏਟ ਕਰਨਾ ਬਣਦਾ। ਪਰ ਇਹ ਮਟੀਰੀਅਲਾਈਜ਼ ਕਿਵੇਂ ਹੋਏਗਾ? ਇਹ ਸ਼ੱਕ ਦੇ ਦਾਇਰਿਆਂ 'ਚ ਬੱਚੇ ਆਉਣਗੇ ਵੀ ਇੱਧਰ ਕਿ ਨਹੀਂ। ਲੇਕਿਨ ਸੁਪਰੀਮ ਕੋਰਟ ਦਾ ਮੀਡੀਆ ਨੂੰ ਖੁੱਲਾ ਹੱਥ ਦੇਣਾ, ਸ਼ੈਲਟਰ ਦੇਣਾ ਬੜਾ ਚੰਗਾ ਲੱਗਿਆ ਸੰਵਿਧਾਨਕ ਤੌਰ ਦੇ ਉੱਤੇ। ਗੁਲਾਮ ਨਬੀ ਆਜ਼ਾਦ ਕਾਂਗਰਸ ਨੂੰ ਸ਼ੀਸ਼ਾ ਵਿਖਾ ਰਿਹਾ। ਸ਼ੀਸ਼ਾ, ਉਹ ਕਹਿੰਦੇ ਰੀੜ ਦੀ ਹੱਡੀ ਪਾਸੇ ਰੱਖ ਕੇ ਕਾਂਗਰਸ 'ਚ ਰਿਹਾ ਜਾ ਸਕਦਾ। ਔਰ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਪੰਜਾਬ ਦੇ ਵਿੱਚੋਂ ਐਗਰੀ ਐਕਸਪੋਰਟ ਦੇ ਨਾਂ ਤੇ ਅਸੀਂ ਬਹੁਤ ਥੱਲੇ ਗਏ ਆ। ਪਰ ਆਪਾਂ ਚੱਲਦੇ ਆ ਸਿੱਧੇ। ਇੰਦਰਪ੍ਰੀਤ ਜੀ, ਤੁਸੀਂ ਸਿਮਰਨਜੀਤ ਸਿੰਘ ਮਾਨ ਦੀ ਇੰਟਰਵਿਊ ਇੱਕ ਤੋਂ ਵੱਧ ਪਲੇਟਫਾਰਮਸ ਤੇ ਕੱਲ ਦੇਖੀ ਆ। ਉਹਨਾਂ ਦਾ ਬਦਲਿਆ ਹੋਇਆ ਰੁਖ, ਉਹਨਾਂ ਦਾ ਸੱਚ ਬੋਲਣ ਦਾ ਇਹ ਮੌਕਾ, ਉਹਨਾਂ ਵੱਲੋਂ ਆਪਣੇ ਆਪ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਵਾਲੀ ਗੱਲ ਔਰ ਨੈਸ਼ਨਲ ਮੀਡੀਆ ਵੱਲੋਂ ਉਹਨਾਂ ਤੇ ਸਵਾਲਾਂ ਦੀ ਬੁਛਾਰ ਕਿੱਦਾਂ ਮੰਨਦੇ ਹੋ? ਵਿਦੇਸ਼ਾਂ ਦੇ ਵਿੱਚ ਲੋਕ ਸੈਟਲ ਹੋਏ, ਮਾਨ ਦੀਆਂ ਚਿੱਠੀਆਂ ਨਾਲ ਜੋ ਪੈਸੇ ਲਏ ਜਾਂਦੇ ਆ, ਇਹਨੂੰ ਕਿਵੇਂ ਮੰਨੀਏ? ਰੰਧਾਵਾ ਸਾਹਿਬ, ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕੱਲ ਇੰਕਸ਼ਾਫ ਕੀਤਾ ਹੈ, ਵੈਸੇ ਤਾਂ ਉਹ ਸਭ ਨੂੰ ਪਤਾ ਹੈ 50,000 ਤੋਂ ਉੱਪਰ ਉਹਨਾਂ ਨੇ ਖੁਦ ਹੀ ਕੱਲ ਮੰਨ ਲਿਆ ਕਿ 50,000 ਤੋਂ ਜ਼ਿਆਦਾ ਬੰਦੇ ਉਹਨਾਂ ਨੇ ਵਿਦੇਸ਼ਾਂ 'ਚ ਸੈਟਲ ਕਰਾਏ ਨੇ ਆਪਣੀ ਚਿੱਠੀ ਦੇ ਕੇ, ਜਿਹੜੀ ਉਹ ਅਸਾਈਲਮ ਲਈ ਭੇਜਦੇ ਆ। ਅਸਾਈਲਮ ਦਵਾਈ ਆ ਉਹਨਾਂ ਨੇ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੁਸੀਬਤ ਦੇ ਮਾਰੇ ਹੋਏ ਨੇ ਉਹਨਾਂ ਨੂੰ ਸੈਟਲ ਕਰਾਉਣਾ ਕੀ ਕੋਈ ਗਲਤੀ ਥੋੜੀ ਹੈ। ਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਕੀ ਤੁਸੀਂ ਇਹਦੇ ਤੇ ਪੈਸੇ ਵੀ ਲੈਂਦੇ ਹੋ, ਤਾਂ ਉਹਨੇ ਕਿਹਾ ਵੀ ਹਾਂ, ਮੈਂ ਵੀ ਤਾਂ ਆਪਣੀ ਪਾਰਟੀ ਚਲਾਣੀ ਹੈ, ਤਾਂ ਮੈਂ 35,000 ਰੁਪਇਆ ਜਿਹੜਾ ਹੈਗਾ ਲੈਣਾ। ਜਦੋਂ ਬੰਦੇ 30 ਲੱਖ ਰੁਪਇਆ ਖਰਚ ਕੇ ਇੱਥੇ ਵਿਦੇਸ਼ਾਂ 'ਚ ਸੈਟਲ ਹੋਣ ਜਾ ਰਹੇ ਨੇ, ਤਾਂ 35,000 ਜੇ ਮੈਨੂੰ ਦੇ ਕੇ ਜਾਣਗੇ ਤਾਂ ਕੀ ਹੋਇਆ? ਮੈਂ ਵੀ ਤਾਂ ਆਪਣੀ ਪਾਰਟੀ ਚਲਾ ਰਿਹਾ। ਦੇਖੋ ਇੱਥੇ ਕਿੰਨੇ ਲੰਗਰ ਚੱਲ ਰਹੇ ਨੇ, ਇਹ ਚੱਲ ਰਿਹਾ, ਉਹ ਚੱਲ ਰਿਹਾ। ਇਹਨਾਂ ਨੇ ਕਾਫੀ ਚੀਜ਼ਾਂ ਉੱਥੇ ਗਿਣਾਈਆਂ ਇੰਟਰਵਿਊ ਦੇ ਵਿੱਚ। ਸਵਾਲ ਇਹਦੇ ਵਿੱਚ ਇਸ ਪੂਰੇ ਉਹਦਾ ਦੇ ਇੰਕਸ਼ਾਫ ਦੇ ਇੱਕ ਦੋ ਪਹਿਲੂ ਮੈਨੂੰ ਨਜ਼ਰ ਆ ਰਹੇ ਸੀਗੇ। ਇੱਕ ਤਾਂ ਇਹ ਠੀਕ ਹੈ, ਸਿਮਰਨਜੀਤ ਮਾਨ ਆਪਣਾ ਸਟੈਂਡ ਜਿਹੜਾ ਖਾਲਿਸਤਾਨ ਪ੍ਰਤੀ ਉਹਨਾਂ ਦਾ ਹੈਗਾ, ਉਸ ਤੋਂ ਕਦੇ ਥਿੜਕੇ ਨਹੀਂ। ਉਹ ਹਮੇਸ਼ਾ ਖੁੱਲ ਕੇ ਹੀ ਗੱਲ ਕਰਦੇ ਆ। ਖਾਲਿਸਤਾਨ ਦੀ ਵਕਾਲਤ ਜਿਹੜੀ ਕਰਦੇ ਆ, ਉਹ ਖੁੱਲ ਕੇ ਕਰਦੇ ਹੁੰਦੇ ਆ। ਪਰ ਇਹਦੇ 'ਚ ਜਿਹੜਾ ਦੂਜਾ ਪਹਿਲੂ ਸੀਗਾ, ਜਿਹੜੀ ਵਿਦੇਸ਼ਾਂ 'ਚ ਜਾਣ ਦੀ ਲਲਕ ਮੈਨੂੰ ਯੁਵਾਵਾਂ 'ਚ ਹੈਗੀ ਹੈ, ਸਾਡੇ ਨੌਜਵਾਨਾਂ 'ਚ, ਉਹ ਇਸ ਤਰੀਕੇ ਨਾਲ ਵੀ ਚਲੇ ਜਾਂਦੇ ਆ। ਇਹ ਇੱਕ ਬੜਾ, ਮੇਰੇ ਲਈ ਤਾਂ ਇੱਕ ਬੜੀ ਵੱਡੀ ਖਬਰ ਸੀ। ਪਤਾ ਸੀਗਾ ਕਿ ਇਸ ਤਰ੍ਹਾਂ ਜਾਂਦੇ ਆ, ਲੇਕਿਨ ਕੋਈ ਪਾਰਟੀ ਇਸ ਤਰ੍ਹਾਂ ਸਰੇਆਮ, ਉਹ ਵੀ ਮੈਂਬਰ ਪਾਰਲੀਮੈਂਟ ਹੈ, ਤੀਸਰੀ ਵਾਰ ਦੇ ਮੈਂਬਰ ਪਾਰਲੀਮੈਂਟ ਨੇ, ਉਹ ਬੜੇ ਧੜੱਲੇ ਨਾਲ ਇਹ ਕਹਿ ਰਹੇ ਨੇ ਕਿ ਹਾਂ ਮੈਂ ਭੇਜਦਾ ਤੇ ਉਹਦੇ ਬਦਲੇ ਮੈਂ ਪੈਸੇ ਵੀ ਲੈਣਾ। ਦੇਖੋ, ਇਹ ਮੈਨੂੰ ਲੱਗਦਾ ਕਿ ਕੱਲ ਜਦੋਂ ਇਹ ਇੰਟਰਵਿਊ ਮਤਲਬ ਆਇਆ ਸਾਰੇ ਸਰਕਲ ਦੇ ਵਿੱਚ, ਤਾਂ
ਖੂਫੀਆ ਏਜੰਸੀਆਂ ਨੇ ਤਾਂ ਫੋਨ ਕਰ ਕਰਕੇ ਸਾਡੇ ਤੋਂ ਪੁੱਛਿਆ ਕਿ ਸਹੀ ਇੰਟਰਵਿਊ ਹੈ। ਮਤਲਬ ਉਹਨਾਂ ਨੂੰ ਹੈਰਾਨੀ ਹੋ ਰਹੀ ਸੀ ਵੀ ਯਾਰ ਸਿਮਰਨਜੀਤ ਮਾਨ ਏਦਾਂ ਕਹਿ ਕਿਵੇਂ ਗਿਆ। ਤਾਂ ਇੱਕ ਤਾਂ ਇਹ ਲੱਗ ਰਿਹਾ ਸੀ ਵੀ ਕੀ ਇਹ ਸੋਚ ਵਿਚਾਰ ਕਰਕੇ ਉਹਨਾਂ ਨੇ ਕਿਹਾ ਜਾਂ ਉਹਨਾਂ ਤੋਂ ਕਰਵਾਇਆ ਗਿਆ। ਇਹ ਮੀਡੀਆ ਸਰਕਲ ਦੇ ਵਿੱਚ ਬਹੁਤ ਖਬਰ ਜਿਹੜੀ ਹੈ ਉਹ ਮੀਡੀਆ ਕਰਮੀਓ ਇੱਕ ਦੂਜੇ ਤੋਂ ਬਹੁਤ ਪੁੱਛ ਰਹੇ ਸੀ। ਅਸੀਂ ਵੀ ਮਤਲਬ ਜਿਹੜੇ ਪੋਲੀਟੀਕਲ ਐਨਾਲਿਸਟ ਹੈਗੇ ਨੇ ਉਹਨਾਂ ਨੂੰ ਪੁੱਛ ਰਹੇ ਸੀ ਵੀ ਕੀ ਹੈ, ਕਿਉਂ ਇਹਨਾਂ ਨੇ। ਤਾਂ ਉਹਨਾਂ ਨੇ ਕਿਹਾ ਕਿ ਲੱਗਦਾ ਇਹ ਹੈ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਕੁਝ ਗੜਬੜ ਲੱਗ ਰਹੀ ਹੈ ਆਪਣੀ। ਹੋ ਸਕਦਾ ਕਿ ਜਿਹੜੀ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਹੈ ਉਹ ਕੁਝ ਉਹਨਾਂ ਨੂੰ ਲੱਗ ਰਿਹਾ ਹੋਵੇ ਕਿ ਜ਼ਿਆਦਾ ਹੀ ਵੱਧ ਗਿਆ ਤੇ ਕਾਰੋਬਾਰ ਸਾਰਾ ਕਿਤੇ ਉਧਰ ਹੀ ਸ਼ਿਫਟ ਨਾ ਹੋ ਜੇ, ਇਸ ਕਰਕੇ ਹੀ ਕਿਤੇ ਦੇਤਾ ਹੋਵੇ। ਪਰ ਇਹਦੇ ਹੋਰ ਵੀ ਹੋ ਸਕਦੇ ਆ ਕਿ ਏਜੰਸੀਆਂ ਨੇ ਵੀ ਕੁਝ ਇਹਨਾਂ ਤੋਂ ਕਹਾਇਆ ਹੋਵੇ, ਕਿਉਂਕਿ ਇੱਕ ਤੋਂ ਬਾਅਦ ਇੱਕ ਚੈਨਲਾਂ ਨੇ ਲਗਾਤਾਰ ਇੰਟਰਵਿਊ ਕੀਤੀ ਹੈ। ਫਿਰ ਇਸ ਤੇ ਪਹਿਲਾਂ ਇੱਕ ਸਿਰਫ ਵੈਬ ਚੈਨਲ ਨੇ ਕੀਤੀ, ਉਸ ਤੋਂ ਬਾਅਦ ਤਾਂ ਲਗਾਤਾਰ ਚੈਨਲਸ ਨੇ ਜਿਹੜੀ ਇਹਦੀ ਇੰਟਰਵਿਊ ਕੀਤੀ ਹੈਗੀ ਹੈ। ਉਸ ਤੋਂ ਲੱਗ ਰਿਹਾ ਸੀ ਕਿ ਕਿਤੇ ਕੁਝ ਹੋਰ ਵੀ ਪੱਕ ਰਿਹਾ ਹੈ ਜੋ ਹਜੇ ਸ਼ਾਇਦ ਨਜ਼ਰ ਨਹੀਂ ਆ ਰਿਹਾ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਇਹ ਨਜ਼ਰ ਆਣਾ ਸ਼ੁਰੂ ਹੋ ਜਾਏ। ਜੇ ਨੈਸ਼ਨਲ ਚੈਨਲਸ ਨੇ ਕੀਤੀ, ਕੋਈ ਤੁਹਾਡੇ ਨਾਂ ਦੱਸ ਦਿਓ, ਕਿਉਂਕਿ ਜਦੋਂ ਜੀ ਟੀਵੀ ਤੇ ਵੀ ਚੱਲੀ ਹੈ। ਹਾਂ, ਇਹ ਜੀ ਟੀਵੀ ਤੇ ਵੀ ਚੱਲੀ ਹੈਗੀ ਹੈ। ਔਰ ਲੇਕਿਨ ਇਕਨੋਮਿਕਸ ਟਾਈਮਸ ਨੇ ਤਾਂ ਇੱਕ ਜਿਹੜੀ ਵੈਬ ਚੈਨਲ ਹੈ ਪ੍ਰੋ ਪੰਜਾਬ, ਉਹਨਾਂ ਦੀ ਇੰਟਰਵਿਊ ਨੂੰ ਆਪਣੇ ਪਲੇਟਫਾਰਮ ਤੇ ਦਿਖਾਇਆ। ਪਹਿਲਾਂ ਸਟੋਰੀ ਕਰਨ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਕਿ ਸਟੋਰੀ ਪੜਨ ਤੋਂ ਪਹਿਲਾਂ ਤੁਸੀਂ ਇਹ ਵਾਲਾ ਦੇਖੋ, ਔਰ ਉਹਨਾਂ ਨੇ ਆਪਣੇ ਟਵਿੱਟਰ ਹੈਂਡਲਾਂ ਤੇ ਵੀ ਪਾਈ ਹੈ ਇਹ ਸਾਰੇ ਕਿਤੇ। ਮਤਲਬ ਕਾਫੀ ਟਾਈਮਸ ਆਫ ਇੰਡੀਆ ਨੇ ਫਿਰ ਖੈਰ ਉਹਨਾਂ ਦਾ ਹੀ ਹੈ, ਉਹਨਾਂ ਨੇ ਵੀ ਫਿਰ ਚਲਾਈ ਹੈ। ਉਸ ਤੋਂ ਬਾਅਦ ਤਾਂ ਫਿਰ ਕਈਆਂ ਨੇ ਚਲਾਤੀ ਹੈ, ਜਿਵੇਂ ਸਾਡੇ ਜਾਗਰਣ ਨੇ ਵੀ ਕੈਰੀ ਕੀਤੀ ਹੈ ਜਾਂ ਹੋਰ ਜਿਹੜੇ ਅਖਬਾਰ ਹੈਗੇ ਵੱਡੇ ਉਹਨਾਂ ਨੇ ਵੀ ਕੈਰੀ ਕੀਤੀ ਹੈ। ਇਹ ਕਾਫੀ ਮਤਲਬ ਸਾਫ਼ ਐਨਕ ਨਾਲ ਵੇਖਣਾ ਸ਼ਾਇਦ ਓਨਾ ਠੀਕ ਨਹੀਂ ਰਹੂਗਾ, ਕਿਉਂਕਿ ਇੱਕ ਆਈਪੀਐਸ ਰਹੇ ਅਧਿਕਾਰੀ ਜਿਹੜੇ ਹੁਣ ਬੜੇ ਘਾਗ ਪੋਲੀਟੀਸ਼ੀਅਨ ਹੈ, ਜਿਨ੍ਹਾਂ ਨੇ ਉਤਰਾ ਚੜਾ ਬਹੁਤ ਦੇਖਿਆ, ਕੋਰਟਾਂ ਕਚਹਿਰੀਆਂ ਤੋਂ ਲੈ ਕੇ ਕਾਨੂੰਨ ਦੇ ਗਿਆਤਾ ਮੰਨੇ ਜਾਂਦੇ ਨੇ ਸਿਮਰਨਜੀਤ ਸਿੰਘ ਮਾਨ। ਉਹਨਾਂ ਨੂੰ ਜ਼ੁਬਾਨੀ ਪਤਾ, ਇੰਟਰਨੈਸ਼ਨਲ ਕਾਨੂੰਨਾਂ ਦਾ ਵੀ ਪਤਾ। ਔਰ ਜਦੋਂ ਉਹ ਇਹ ਗੱਲ ਕਹਿ ਰਹੇ ਨੇ ਤੇ ਉਹਦਾ ਕੋਈ ਬਹੁਤ ਵੱਡਾ ਮਕਸਦ ਹੋ ਸਕਦਾ। ਤੁਸੀਂ ਇਹਨੂੰ ਸਿਰਫ ਇੰਨਾ ਨਹੀਂ ਕਹਿ ਸਕਦੇ ਕਿ ਸੁੱਤੇ ਸਹਿਜ ਸੁਭਾਅ ਮਾਨ ਸਾਹਿਬ ਨੇ ਮੂੰਹ ਕੋਈ ਗੱਲ ਕੱਢਤੀ ਤੇ ਫਿਰ ਉਹਦੇ ਅੱਗੇ ਉਹ ਅੱਗੇ ਵੱਧਦੇ ਗਏ ਔਰ ਕਲੀਅਰ ਕਰਦੇ ਗਏ। ਜੇਕਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਪੈਸੇ ਲੈਣੇ ਤੇ ਕਿੰਨੇ ਲੈਣੇ ਆ, ਇਹਦਾ ਮਤਲਬ ਹੈ ਕਿ ਜਿਹੜੇ ਲੋਕ ਕੀ ਇਹਦੇ ਸੰਬੰਧੀ ਕੋਈ ਜਾਂਚ ਵੀ ਤੁਰ ਸਕਦੀ ਹੈ ਕਿ ਕੌਣ ਇਸ ਤਰ੍ਹਾਂ ਦੀਆਂ ਚਿੱਠੀਆਂ ਲੈ ਕੇ ਗਏ ਨੇ। ਇਹ ਬੜੀ ਚਰਚਾ ਚੱਲ ਰਹੀ ਹੈ, ਸਾਡਾ ਪੁਆਇੰਟ ਆਫ View ਨਹੀਂ ਜੀ। ਇਹਦੇ ਚ ਰੰਧਾਵਾ ਸਾਹਿਬ ਇਹ ਕੱਲ ਸੀ ਜਦੋਂ ਹੋਮ ਮਿਨਿਸਟਰੀ ਜਿਹੜੇ ਕਵਰ ਕਰਦੇ ਆ ਸਾਡੇ ਰਿਪੋਰਟਰਸ ਉੱਥੇ ਦਿੱਲੀ 'ਚ, ਉਹਨਾਂ ਨੇ ਇਹ ਗੱਲ ਸਾਨੂੰ ਦੱਸੀ ਹੈ ਵੀ ਇਸ ਇੰਟਰਵਿਊ ਤੋਂ ਬਾਅਦ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਔਰ ਐਕਸਟਰਨਲ ਅਫੇਅਰ ਮਿਨਿਸਟਰੀ ਹੈਗੀ ਹੈ ਉਹ ਬੜੀ ਇੱਕਦਮ ਸਤਰਕ ਜੀ ਹੋ ਗਈ ਹੈ। ਤਾਂ ਉਹਨਾਂ ਨੇ ਕਿਹਾ ਵੀ ਯਾਰ ਜਿਹੜੇ ਬੰਦੇ ਇਸ ਤਰ੍ਹਾਂ ਗਏ ਨੇ ਬੱਚੇ, ਉਹਨਾਂ ਦੇ ਉੱਤੇ ਨਿਗਾਹ ਰੱਖੋ ਵੀ ਉਹ ਕਿਹੜੇ ਨੇ। 50,000 ਦੀ ਫਿਗਰ ਤਾਂ ਮਾਨ ਸਾਹਿਬ ਨੇ ਖੁਦ ਹੀ ਦਿੱਤੀ ਹੈ। ਤੇ ਮੈਨੂੰ ਪਹਿਲਾਂ ਲੱਗਦਾ ਕਿ ਜੇ ਮਾਨ ਸਾਹਿਬ ਇਦਾਂ ਕਰਦੇ ਤੇ ਹੋ ਸਕਦਾ ਕਿ ਹੋਰ ਵੀ ਇਸ ਤਰ੍ਹਾਂ ਦੇ ਹੋਣ, ਜਿਸ ਤਰ੍ਹਾਂ ਕੁਝ ਫੈਡਰੇਸ਼ਨਸ ਵੀ ਇਦਾਂ ਕਰਦੀਆਂ ਰਹੀਆਂ ਨੇ, ਤਾਂ ਹੋਰ ਵੀ ਜਿੰਨੇ ਇਸ ਤਰ੍ਹਾਂ ਦੇ ਖਾਲਿਸਤਾਨ ਸਮਰਥਕ ਹੈਗੇ ਨੇ ਜਿਹੜੇ ਉਹ ਇਸ ਤਰ੍ਹਾਂ ਦੀ ਅਸਾਈਲਮ ਦਵਾਉਂਦੇ ਹੁਣ ਬਾਹਰ। ਤੇ ਉਹਨਾਂ ਨੇ ਕਿਹਾ ਵੀ ਇਹ ਬੱਚੇ ਆਇਡੈਂਟੀਫਾਈ ਕਰੋ ਔਰ ਉਹਨਾਂ ਨੂੰ ਦੇਖੋ ਕਿ ਉਹ ਕੀ ਕਰ ਰਹੇ ਨੇ ਇਸ ਟਾਈਮ। ਦੇਖੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੱਚੇ ਉੱਥੇ ਖਾਲਿਸਤਾਨ ਦੀ ਮੁਹਿੰਮ ਨੂੰ ਅੱਗੇ ਚਲਾ ਰਹੇ ਹੋਣੇ। ਬਹੁਤ ਸਾਰੇ ਬੱਚੇ ਤਾਂ ਸਿਰਫ ਇੱਕ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਹੀ ਇਸ ਤਰ੍ਹਾਂ ਦੀ ਇੱਕ ਰਾਹ ਅਪਣਾ ਲੈਂਦੇ ਆ ਵੀ ਇਹ ਸੌਖਾ ਰਾਹ ਹੈ ਵੀ ਚਲੋ ਠੀਕ ਹੈ, ਤੇ 35,000 ਰੁਪਏ ਦਿੱਤਾ, ਜਿੰਨਾ ਜਾਣ ਤੇ ਲੱਗਣਾ ਉਹਨਾਂ ਤਾਂ ਲੱਗ ਹੀ ਜਾਣਾ, ਪਰ ਉੱਥੇ ਜਾ ਕੇ ਆਪਾਂ ਕੰਮ ਧੰਦਾ ਆਪਣਾ ਹੀ ਕਰਾਂਗੇ ਜਿਹੜਾ ਆਪਾਂ ਜਿਹੜੇ ਬੱਚੇ ਇੱਥੋਂ ਸੈਟਲ ਹੋਣ ਲਈ ਜਾਂਦੇ ਆ। ਸੋ ਉਹ ਏਜੰਸੀਆਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਜਿਹੜੇ ਗਲਤ ਤਰੀਕੇ ਦੇ ਫਿਰ ਉੱਥੇ ਕੰਮ ਕਰ ਰਹੇ ਹੈ ਉਹਨਾਂ ਨੂੰ ਫਿਰ ਵਾਪਸ ਡਿਪੋਰਟ ਕਰਾਵਾਂਗੇ। ਮੈਨੂੰ ਲੱਗਦਾ ਕਿ ਜਿਹੜਾ ਇਹ ਹੁਣ ਬਾਰੇ ਪੰਜਾਬ ਦੇ ਵਾਲਾ ਇਸ਼ੂ ਆਇਆ ਸੀ, ਉਹ ਅੰਮ੍ਰਿਤਪਾਲ ਨੂੰ ਜਦੋਂ ਗ੍ਰਿਫਤਾਰ ਕਰਨ ਲਈ ਛਾਪੇਮਾਰੀਆਂ ਚੱਲ ਰਹੀਆਂ ਸੀ ਤਾਂ ਬਹੁਤ ਸਾਰੇ ਜਗ੍ਹਾ ਤੇ ਜਿਹੜੇ ਲੰਡਨ ਦੇ ਵਿੱਚ ਹੋਰ ਕਈਆਂ ਥਾਵਾਂ ਦੇ ਵਿੱਚ ਜਿਹੜੇ ਦੂਤਾਵਾਸ ਨੇ ਉਹਨਾਂ ਦੇ ਉੱਤੇ ਪ੍ਰਦਰਸ਼ਨ ਵੀ ਹੋਏ ਨੇ। ਉਸ ਨੂੰ ਵੀ ਲੈ ਕੇ ਸ਼ਾਇਦ ਕਿਤੇ ਕੋਈ ਲਿੰਕ ਨਾ ਹੋਵੇ ਇਸ ਚੀਜ਼ ਦਾ ਕਿ ਇਹ ਜਿਹੜੇ ਬੱਚੇ ਨੇ ਅਗਰ ਇਹਨਾਂ 'ਚ ਉਹ ਸ਼ਾਮਲ ਨੇ ਤਾਂ ਉਹਨਾਂ ਨੂੰ ਵਾਪਸ ਡਿਪੋਰਟ ਕਰਾਇਆ ਜਾਏ। ਜੀ ਭਾਸਕਰ ਸਾਹਿਬ ਜੀ, ਇਹ ਪਹਿਲੀ ਵਾਰ ਨਹੀਂ ਹੈ ਜਦ ਇਹ ਗੱਲ ਬਾਹਰ ਨਿਕਲ ਕੇ ਆਈ ਹੋਏ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇਦਾਂ ਦੀ ਚਿੱਠੀਆਂ ਬਹੁਤ ਸਾਰੇ ਲੋਕਾਂ ਨੂੰ ਪੈਡ ਦੇ ਪੈਡ, ਔਰ ਇਹ ਮੈਨੂੰ ਕਈ ਇਸ ਤਰ੍ਹਾਂ ਦੇ ਨੌਜਵਾਨ ਮਿਲੇ ਵੀ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਚਿੱਠੀ ਮਿਲ ਜਾਏ ਤੇ ਮੈਂ ਕਿਹਾ ਇਹਦੇ ਨਾਲ ਤੁਹਾਨੂੰ ਪੋਲੀਟੀਕਲ ਅਸਾਈਲਮ ਮਿਲ ਜਾਂਦੀ ਹੈ ਗਰੰਟਡ। ਕਹਿੰਦੇ ਨਹੀਂ, ਵਾਧੂ ਹੋ ਜਾਂਦਾ ਕੰਮ, ਮਤਲਬ ਉਹਨਾਂ ਦੀ ਵੀ ਚਿੱਠੀ ਲੱਗੀ ਹੋਏ
ਔਰ ਪਿਛਲੇ ਕਈ ਟਾਈਮ ਤੋਂ, ਹਾਲਾਂਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਰਾਜਨੀਤੀ ਹਾਸ਼ੀਏ ਤੇ ਵੀ ਚਲੀ ਗਈ ਸੀ, ਉਹਨਾਂ ਨੇ ਆਪਣੇ ਗਰਮ ਬਿਆਨ ਦੇਣੇ ਕਦੀ ਵੀ ਨਹੀਂ ਛੱਡੇ। ਮਤਲਬ ਕਾਫੀ ਸਾਰੇ ਬਿਆਨ ਉਹ ਇਸ ਤਰ੍ਹਾਂ ਦੇ ਦਿੰਦੇ ਨੇ ਜਿਹੜੇ ਉਸ ਵਕਤ ਬੇਤੁਕੇ ਲੱਗਦੇ ਜ਼ਰੂਰ ਨੇ, ਪਰ ਉਹਨਾਂ ਬਿਆਨਾਂ ਦਾ ਟੀਚਾ ਵੱਡਾ ਹੁੰਦਾ ਹੈ, ਔਰ ਉਹ ਟੀਚਾ ਇਸ ਜਿਹੜੀ ਚਿੱਠੀਆਂ ਦੇ ਰਾਹੀਂ ਨਿਕਲ ਕੇ ਆ ਰਿਹਾ ਹੈ। ਕਿਉਂਕਿ ਜਦ ਤੁਸੀਂ ਇਦਾਂ ਦੇ ਬਿਆਨ ਦੋਗੇ ਤੇ ਫਿਰ ਤੁਹਾਡੀ ਚਿੱਠੀਆਂ ਵੀ ਦੂਰ ਦੇਸ਼ਾਂ ਦੇ ਵਿੱਚ, ਉਹ ਦੂਤਾਵਾਸ ਦੇ ਵਿੱਚ ਜਾਂ ਫਿਰ ਅਸਾਈਲਮ ਵਾਸਤੇ ਉਹ ਚੱਲਦੀਆਂ ਰਹਿਣਗੀਆਂ। ਇਹ ਗੱਲ ਪਹਿਲੀ ਵਾਰ ਨਿਕਲ ਕੇ ਨਹੀਂ ਆਈ। ਚਲੋ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਆਪ ਮੰਨ ਲਿਆ। ਹੁਣ ਇਸ ਤੋਂ ਮੰਨਣ ਤੋਂ ਬਾਅਦ, ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਏਜੰਸੀਆਂ ਹੁਣ ਬੜੀ ਅਲਰਟ ਹੋ ਗਈਆਂ, ਏਜੰਸੀਆਂ ਨੂੰ ਇਹ ਗੱਲ ਸ਼ੁਰੂ ਤੋਂ ਪਤਾ ਹੈ। ਜੇ ਸਾਡੇ ਵਰਗੇ ਬੰਦਿਆਂ ਨੂੰ ਇਹ ਗੱਲ ਪਤਾ ਹੈ, ਮੇਰੇ ਖਿਆਲ ਨਾਲ 10 ਸਾਲ ਪਹਿਲੇ ਤੋਂ ਇਹ ਗੱਲ ਪੰਜਾਬ ਦੇ ਵਿੱਚ ਚੱਲਦੀ ਹੈ ਕਿ ਜੇ ਚਿੱਠੀ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਲੈ ਲਓ ਤੇ ਫਿਰ ਉੱਥੇ ਆਸਾਨੀ ਹੋ ਜਾਂਦੀ ਹੈ ਤੁਹਾਨੂੰ ਪੱਕੇ ਹੋਣ ਦੇ ਵਿੱਚ। ਪਰ ਇਹ ਗੱਲ ਹੁਣ ਏਜੰਸੀਆਂ ਨੂੰ ਪਤਾ ਲੱਗੀ ਹੈ, ਹੁਣ ਅਲਰਟ ਹੋਏ ਨੇ। ਇਹਨਾਂ ਗੱਲਾਂ ਤੇ ਬਹੁਤਾ ਯਕੀਨ ਨਹੀਂ ਹੁੰਦਾ ਕਿ ਉਹ ਹੁਣ ਅਲਰਟ ਹੋਏ। ਭਾਸਕਰ ਸਾਹਿਬ, ਤੁਹਾਡੇ ਹਿੱਸੇ ਦਾ ਸਵਾਲ ਹੈ ਜਲੰਧਰ ਤੋਂ ਹੀ। ਜਲੰਧਰ ਦੀ ਚੋਣ ਅੰਮ੍ਰਿਤਪਾਲ ਦੇ ਵਰਤਾਰੇ ਦੇ ਦਰਮਿਆਨ ਆ ਜਾਂਦੀ ਹੈ, ਔਰ ਇਹਦੇ ਨਾਲ ਹੀ ਇੱਕ ਸਿੱਖ ਕਮਿਊਨਿਟੀ ਨਾਲ ਜੁੜਿਆ ਵੱਖਰੇ ਤਰ੍ਹਾਂ ਦਾ ਪ੍ਰਵਚਨ ਸ਼ੁਰੂ ਹੋਇਆ ਸੀਗਾ। ਹੁਣ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚ ਸਿੱਧਿਓਂ ਇਲੈਕਸ਼ਨ ਦੇ ਵਿੱਚ 3-4 ਮੁੱਦੇ ਲੈ ਕੇ ਆ ਗਈ, ਨਸ਼ਿਆਂ ਨੂੰ ਲੈ ਕੇ ਜਾਂ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਆਈ ਹੈ, ਔਰ ਸਮਾਨਾਂਤਰ ਸਰਬੱਤ ਖਾਲਸੇ ਵਰਗੀਆਂ ਗੱਲਾਂ ਉਹ ਸਾਰੀਆਂ ਵਿਸਾਖੀ ਦਰਮਿਆਨ ਚ ਹੁਣ ਆ ਰਹੀ। ਸੋ ਇਹਨਾਂ ਚੀਜ਼ਾਂ ਨੂੰ ਐਡਰੈਸ ਕਰੋ ਜਰਾ, ਜਲੰਧਰ ਦੀ ਚੋਣ ਦੇ ਨਜ਼ਰੀਏ ਤੋਂ ਆ ਘਟਨਾਕ੍ਰਮ ਸਾਰਾ। ਦੇਖੋ, ਪੰਜਾਬ ਦਾ ਸਾਰਾ ਹੀ ਸਿਆਸੀ ਹਲਚਲ ਕਹੀਏ ਉਹ ਹੁਣ ਜਲੰਧਰ ਵੱਲ ਸ਼ਿਫਟ ਹੋ ਗਈ ਹੈ। ਕੱਲ ਫਗਵਾੜੇ ਵੱਲ ਸੀਐਮ ਦੀ ਯੋਗਸ਼ਾਲਾ ਨੂੰ ਅਟੈਂਡ ਕਰਨ ਵਾਸਤੇ ਕੇਜਰੀਵਾਲ ਵੀ ਆਏ ਸੀਗੇ ਤੇ ਭਗਵੰਤ ਮਾਨ ਉਹਨਾਂ ਦੇ ਨਾਲ ਹੋਣੇ ਹੀ ਸੀਗੇ, ਕਿਉਂਕਿ ਯੋਗਸ਼ਾਲਾ ਹੀ ਸੀਐਮ ਦੇ ਹਾਥ ਦੀ ਸੀਗੀ। ਪਰ ਜਿੱਦਾਂ ਹੀ ਇਹ ਯੋਗਸ਼ਾਲਾ ਖਤਮ ਹੁੰਦੀ ਹੈ 6 ਵਜੇ, ਉਹ ਜਲੰਧਰ ਆ ਜਾਂਦੇ ਨੇ। ਜਲੰਧਰ ਆ ਕੇ ਸੁਸ਼ੀਲ ਕੁਮਾਰ ਰਿੰਕੂ, ਜਿਹੜੇ ਕਾਂਗਰਸ ਦੇ ਪੂਰਵ ਐਮਐਲਏ, ਉਹਨਾਂ ਨੂੰ ਜੁਆਇਨ ਕਰਾਉਂਦੇ ਨੇ। ਕਾਂਗਰਸ ਨੇ ਵੀ ਇੱਕ ਆਵਾਜ਼ ਚੱਕੀ ਹੈ ਕਿ ਆਮ ਆਦਮੀ ਪਾਰਟੀ ਕੋਲ ਆਪਣਾ ਕੈਂਡੀਡੇਟ ਕੋਈ ਨਹੀਂ ਸੀ। ਕੋਚਿੰਗ ਦੀ ਗੱਲ ਕਾਂਗਰਸ ਪਹਿਲੇ ਵੀ ਕਰ ਰਹੀ ਸੀ ਕਿ ਉਹ ਸਾਡੇ 2 ਬੰਦੇ ਪਟਣਾ ਚਾਹੁੰਦੀ ਹੈ, ਕਿਉਂਕਿ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਉੱਤੇ ਵੀ ਪਹਿਲੇ ਗੱਲ ਚੱਲੀ ਸੀ ਕਿ ਆਮ ਆਦਮੀ ਪਾਰਟੀ ਸ਼ਾਇਦ ਉਹਨਾਂ ਨੂੰ ਲੈਣਾ ਚਾਹੁੰਦੀ ਹੈ। ਔਰ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਦੀ ਵੀ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀ ਸੀ ਕਿ ਲੱਗਦਾ ਉਹਨਾਂ ਦੇ ਨਾਲ ਉਹਨਾਂ ਦੀ ਗੱਲ ਬਣ ਜਾਏਗੀ। ਔਰ ਇਹ ਗੱਲ ਸ਼ੁਰੂ ਹੋਈ ਸੀ ਪਵਨ ਕੁਮਾਰ ਟੀਨੂ ਤੋਂ, ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਆ। ਸਭ ਤੋਂ ਪਹਿਲੇ ਪਵਨ ਕੁਮਾਰ ਟੀਨੂ ਨੂੰ ਇਹ ਆਫਰ ਦਿੱਤੀ ਸੀ ਵੀ ਸਾਡੇ ਕੋਲ ਆ ਜਾਓ, ਅਸੀਂ ਲਹਿਰਾਂ ਬਹਿਰਾਂ ਲਿਆ ਦਾਂਗੇ। ਪਰ ਚਲੋ ਹੁਣ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਆ ਗਏ ਨੇ। ਪਰ ਰਿੰਕੂ ਉਹਨਾਂ ਦਾ ਉਸੇ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਦੇ ਨਾਲ 36 ਦਾ ਆંકੜਾ, ਇਹ ਕਿੰਨਾ ਕੁ ਅਸਰ ਪਾਏਗਾ। ਲੇਕਿਨ ਹਾਂ, ਇੱਕ ਗੱਲ ਜ਼ਰੂਰ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਆਉਣ ਤੋਂ ਬਾਅਦ ਵੈਸਟ ਹਲਕੇ ਦੇ ਵਿੱਚ ਜਿਹੜੀ ਐਂਟੀ ਇਨਕੰਬੈਂਸੀ ਦਾ ਫੈਕਟਰ ਉਸ ਸ਼ੀਤਲ ਅੰਗੁਰਾਲ ਦੇ ਅਗੇਂਸਟ ਸੀਗਾ, ਉਹ ਕਿਸੇ ਨਾ ਕਿਸੇ ਜਗ੍ਹਾ ਹੁਣ ਕੰਬਾਈਨ ਹੋ ਜਾਏਗਾ। ਜਗਬੀਰ ਬਰਾੜ, ਜਿਹੜੇ ਕੰਟੋਨਮੈਂਟ ਦੇ ਪੁਰਾਣੇ ਅਕਾਲੀ ਦਲ ਦੇ ਐਮਐਲਏ ਹੁੰਦੇ ਸੀ, ਉਹ ਵੀ ਪਿੱਛੇ ਜੁਆਇਨ ਕਰ ਗਏ ਆਮ ਆਦਮੀ ਪਾਰਟੀ। ਉਹ ਵੀ ਇੱਕ ਮਾਸ ਬੇਸ ਲੀਡਰ ਹੈਗੇ ਨੇ, ਉਹਨਾਂ ਦੇ ਕੋਲ ਵੀ ਉਸ ਕੰਟੋਨਮੈਂਟ ਖੇਤਰ ਦੇ ਵਿੱਚ ਕਾਫੀ ਪ੍ਰਭਾਵ ਹੈ। ਹੁਣ ਇਹਦਾ ਕਿੰਨਾ ਕੁ ਲਾਹਾ ਆਮ ਆਦਮੀ ਪਾਰਟੀ ਨੂੰ ਮਿਲਦਾ ਪਤਾ ਨਹੀਂ, ਪਰ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਬਹੁਤੇ ਗੱਲ ਨਹੀਂ ਬੋਲੇ ਭਗਵੰਤ ਮਾਨ ਹੋਣਾ ਵੀ, ਪਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਕੇ ਰੱਖਿਆ ਜਾਏਗਾ, ਇਹਦਾ ਜ਼ਿਕਰ ਜ਼ਰੂਰ ਕਰ ਰਹੇ ਸੀ ਜੀ। ਇਹ ਕਾਫੀ ਸਵਾਲ ਨੇ ਦਰਮਿਆਨ ਦੇ ਵਿੱਚ। ਜਦੋਂ ਅਸੀਂ ਅੰਮ੍ਰਿਤਪਾਲ ਦਾ ਜ਼ਿਕਰ ਕਰ ਰਹੇ ਇੰਦਰਪ੍ਰੀਤ ਜੀ, ਕੱਲ ਸਿੰਘ ਸਾਹਿਬ ਨੇ ਇੱਕ ਇਕੱਤਰਤਾ ਸੱਦੀ ਹੋਈ ਮੀਡੀਆ ਦੀ, ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਵੀ ਹੋਕਾ ਹੈ ਕਿ ਤੁਸੀਂ 12 ਤੋਂ 15 ਤੱਕ ਦਾ ਉਹਨਾਂ ਨੇ ਜ਼ਿਕਰ ਤਲਵੰਡੀ ਸਾਬੋ ਦਾ ਕੀਤਾ। ਇਸੇ ਦਰਮਿਆਨ ਚ ਦਲ ਖਾਲਸਾ ਇਹ ਕਹਿ ਰਿਹਾ ਕਿ ਸਰਬੱਤ ਖਾਲਸਾ ਲਈ ਇਹ ਉਚਿਤ ਸਮਾਂ ਨਹੀਂ, ਇਹ ਢੁਕਵਾਂ ਸਮਾਂ ਨਹੀਂ ਸੱਦਣ ਦਾ। ਔਰ ਇਸੇ ਦਰਮਿਆਨ ਦੇ ਵਿੱਚ ਫਤਿਹ ਦਿਵਸ ਦੇ ਨਜ਼ਰੀਏ ਤੋਂ 2 ਮਾਰਚ ਵੀ ਨਿਕਲ ਰਹੇ ਆ। ਸੋ ਸਿੱਖ ਮਾਨਸਿਕਤਾ, ਸਿੱਖ ਪੋਲਿਟਿਕਸ ਦੇ ਨਜ਼ਰੀਏ ਤੋਂ ਇਹ ਦਿਨ ਕਾਫੀ ਅਹਿਮ ਰਹਿਣ ਵਾਲੇ ਆ ਕਿ ਇਹ ਸਾਰੇ ਅਸਰ ਜਲੰਧਰ ਦੀ ਚੋਣ ਦੇ ਵਿੱਚ। ਹਾਂ, ਇਹਦੇ 'ਚ ਇੱਕ ਹੋਰ ਚੀਜ਼ ਆ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹੜਾ ਇੱਕ ਮੋਰਚਾ ਫਰੀਦਕੋਟ 'ਚ ਲੱਗਿਆ, ਮੁਦਕੀ ਦਾ ਜ਼ਿਕਰ ਹੁੰਦਾ ਹੈ, ਉਹ ਸਾਰੇ ਦੇ ਸਾਰੇ ਆਪਣੇ ਮੋਰਚੇ ਨੂੰ ਜਲੰਧਰ 'ਚ ਸ਼ਿਫਟ ਕਰਨ ਦੀ ਸੋਚ ਰਹੇ ਆ, ਕਿਉਂਕਿ ਜਿੱਥੇ ਸੁਰਖੀ ਆ, ਜਿੱਥੇ ਸਰਕਾਰ ਆ, ਜੇ ਉੱਥੇ ਆਣ ਕੇ ਬੈਠਣਗੇ ਤਾਂ ਉਹ ਵੈਲਿਊ ਤਾਂ ਬਣਦੀ ਆ, ਮੁੱਦਾ ਵੀ ਵੱਡਾ ਹੁੰਦਾ ਤੇ ਉਹ ਚਿਹਰੇ ਵੀ ਵੱਡੇ ਹੁੰਦੇ। ਬਿਲਕੁਲ ਰੰਧਾਵਾ ਸਾਹਿਬ, ਦੇਖੋ ਇਹ ਤੁਸੀਂ ਚਲੋ ਸਾਰੇ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਗਿਣਾਈ ਦਿੱਤੀਆਂ, ਮੈਂ ਉਹਦੇ ਰੈਪੀਟੇਸ਼ਨ 'ਚ ਨਹੀਂ ਜਾਂਦਾ। ਪਰ ਇਹ ਤੁਸੀਂ ਦੇਖੋ ਕਿ ਬਿਲਕੁਲ ਠੀਕ ਹੈ, ਜਦੋਂ ਇਲੈਕਸ਼ਨ ਜਲੰਧਰ ਦੇ ਵਿੱਚ ਹੋ ਰਿਹਾ ਹੋਵੇ ਤੇ ਸਾਰੀਆਂ ਚੀਜ਼ਾਂ ਉਸੇ ਨੂੰ ਹੀ ਫੋਕਸ ਰੱਖ ਕੇ ਹੀ ਕੀਤੀਆਂ ਜਾ ਰਹੀਆਂ ਨੇ। ਜਿਵੇਂ ਸਪੋਜ਼ ਇਹ ਮੁੱਦਕੀ ਦਾ ਇਸ਼ੂ ਹੈ, ਇਸ਼ੂ ਤਾਂ ਹੈਗਾ ਹਰੀਕੇ ਤੋਂ ਲੈ ਕੇ ਜਿਹੜੀ ਰਾਜਸਥਾਨ ਦੇ ਵਿੱਚ ਨਹਿਰ ਜਾਰੀ ਹੈ, ਇਸ਼ੂ ਤਾਂ ਉਹਦਾ ਹੈ ਕਿ ਉਹਦੀ ਜਿਹੜੀ ਥੱਲੇ ਵਾਲੀ ਲੇਅਰ ਹੈ ਉਹਨੂੰ ਪੱਕਾ ਕਰਨਾ ਹੈ ਕਿ ਨਹੀਂ ਕਰਨਾ,
ਕਿਉਂਕਿ ਜਿਹੜਾ ਨਵਾਂ ਪ੍ਰੋਜੈਕਟ ਬਣਿਆ ਉਹਦੇ ਵਿੱਚ ਉਹਨੂੰ ਪੱਕਾ ਕਰ ਰਿਹਾ, ਕੰਕਰੀਟ ਨਾਲ ਪੱਕਾ ਕਰ ਰਿਹਾ ਤਾਂ ਕਿ ਪਾਣੀ ਥੱਲੇ ਨਾ ਜਾਏ, ਕਿਉਂਕਿ ਇਹੀ ਨਹਿਰਾਂ ਨੇ ਦੋਨੋਂ ਜਿਨ੍ਹਾਂ ਨੇ ਫਾਜ਼ਿਲਕਾ ਤੇ ਮੁਕਤਸਰ ਏਰੀਆ ਦੇ ਵਿੱਚ ਜਿਹੜੀ ਹੈਗੀ ਹੈ ਉਹ ਸੇਮ ਲਿਆਤੀ ਹੈ। ਤਾਂ ਪਰ ਹੁਣ ਜੇ ਤੁਸੀਂ ਇਹਨੂੰ ਪੱਕਾ ਹੀ ਕਰ ਦੋਗੇ ਤਾਂ ਫਿਰ ਇੱਕ ਬੂੰਦ ਵੀ ਥੱਲੇ ਨਹੀਂ ਜਾਣੀ, ਤਾਂ ਉਹ ਸਾਰੇ ਹਲਕੇ ਨੂੰ ਲੱਗਦਾ ਕਿ ਪਾਣੀ ਪਹਿਲਾਂ ਹੀ ਜਿਹੜੇ ਫਿਰੋਜ਼ਪੁਰ ਵਾਲੀ ਸਾਈਡ ਹੈ ਉਹ ਡੂੰਘੇ ਜਾ ਰਹੇ ਨੇ, ਜੇ ਤੁਸੀਂ ਪੱਕਾ ਕਰ ਦੋਗੇ ਤਾਂ ਫਿਰ ਬਹੁਤ ਜ਼ਿਆਦਾ ਪਾਣੀ ਦੀ ਰੀਚਾਰਜਿੰਗ ਹੋਏਗੀ। ਇਸ ਕਰਕੇ ਉਹ ਸਾਰਾ ਆਪਣਾ ਇਸ਼ੂ ਇੱਥੇ ਜਲੰਧਰ ਲਿਆ ਕੇ ਫੋਕਸ ਕਰਨਾ ਚਾਹੁੰਦੇ, ਕਿਉਂਕਿ ਉੱਥੇ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਸਾਨੂੰ ਕੋਈ ਸੁਣ ਹੀ ਨਹੀਂ ਰਿਹਾ ਹੈਗਾ। ਦੂਸਰਾ ਜਿਹੜਾ ਤੁਸੀਂ ਕਿਹਾ ਸਰਬਤ ਖਾਲਸਾ ਦੀ ਗੱਲ, ਸਰਬਤ ਖਾਲਸਾ ਬੁਲਾਉਣ ਦੇ ਉੱਤੇ ਅਮਰਪਾਲ ਹੋਰਾਂ ਨੇ 2 ਵੀਡੀਓ ਜਾਰੀ ਕੀਤੇ ਨੇ, ਇੱਕ ਆਡੀਓ ਵੀ ਜਾਰੀ ਕੀਤਾ ਹੈ, ਤਾਂ ਉਹ ਪ੍ਰੈਸ਼ਰ ਤਾਂ ਸੀ ਹੈ ਹੀ ਹੈ ਕਿ ਵੀ ਬੁਲਾਇਆ ਜਾਏ ਕਿ ਨਾ, ਕਿਉਂਕਿ ਉਹਨਾਂ ਨੇ ਬਾਲ ਜਿਹੜੀ ਹੈਗੀ ਹੈ ਉਹ ਜਥੇਦਾਰ ਸਾਹਿਬ ਦੀ ਕੋਰਟ 'ਚ ਸਿੱਟਤੀ ਹੈ। ਪਰ ਬਾਕੀ ਕੋਈ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ, ਜੇ ਹੋਰ ਜਿਵੇਂ ਦਲ ਖਾਲਸਾ ਵਾਲਿਆਂ ਨੇ ਵੀ ਕਿਹਾ ਕਿ ਇਹ ਉਚਿਤ ਸਮਾਂ ਨਹੀਂ ਹੈ, ਇਸ ਕਰਕੇ ਇੱਕ ਵਿੱਚ ਦਾ ਰਸਤਾ ਜਿਹੜਾ ਕੱਢਣ ਦੀ ਸੋਚੀ ਜਾ ਰਹੀ ਹੈ ਉਹ ਇਹ ਹੈ ਕਿ ਜਿਵੇਂ ਕਿ ਕੱਲ ਤਾਂ ਕੁਝ ਪੱਤਰਕਾਰਾਂ ਨਾਲ ਉਹਨਾਂ ਨੇ ਇਹਦੇ ਉੱਤੇ ਗੱਲ ਕਰਨੀ ਹੈ, ਫਿਰ ਉਹਨਾਂ ਨੇ ਕਿਹਾ ਵੀ ਵਿਸਾਖੀ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜੀ ਵਿਸਾਖੀ ਦਾ ਉਹ ਮਨਾਇਆ ਜਾਣਾ। ਵੈਸੇ ਉਹ 3 ਦਿਨ ਚੱਲਦਾ ਹੈ ਤਲਵੰਡੀ ਸਾਬੋ ਉੱਤੇ, ਲੇਕਿਨ ਇਸ ਵਾਰ ਉਹਨੂੰ 4 ਦਿਨ ਕਰਤਾ ਹੈ, ਤਾਂ ਸਾਰੀ ਸਿੱਖ ਸੰਗਤ ਉੱਥੇ ਪਹੁੰਚੇ ਤੇ ਉੱਥੇ ਜਿਹੜਾ ਵਿਚਾਰ ਚਰਚਾ ਕੀਤੀ ਜਾਏ ਇਸ ਤੇ ਮੈਨੂੰ ਲੱਗਦਾ ਕਿ ਫਿਰ ਜੇ ਇੰਨੀਆਂ ਸੰਸਥਾਵਾਂ ਇੰਨੇ ਲੋਕ ਜਦੋਂ ਉੱਥੇ ਆ ਕੇ ਚਰਚਾ 'ਚ ਹਿੱਸਾ ਲੈਣਗੇ ਤਾਂ ਫਿਰ ਜਿਹੜਾ ਸਰਬਤ ਖਾਲਸਾ ਦਾ ਇੱਕ ਬੁਲਾਇਆ ਜਾਣਾ ਇਹ ਆਪਣੇ ਆਪ ਹੀ ਮੱਧਮ ਪੈ ਜਾਏਗਾ। ਸੋ ਇਸ ਤਰ੍ਹਾਂ ਜਿਹੜਾ ਫਤਿਹ ਮਾਰਚ ਹੈ ਉਹ ਵੀ ਉਸੇ ਚੀਜ਼ ਨੂੰ ਸੋਚ ਕੇ ਹੀ ਰੱਖਿਆ ਗਿਆ, ਜਲੰਧਰ ਵਾਲੀ ਨੂੰ ਹੀ, ਕਿ ਉਹ ਦੋਨੋਂ ਮਾਰਚ ਚੱਲਣੇ ਤੇ ਵਾਇਆ ਜਲੰਧਰ ਹੀ ਜਾਣੇ ਨੇ, ਚਾਹੇ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਹੋਵੇ ਚਾਹੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਿਹਾ ਹੋਵੇ। ਉਹਨਾਂ ਦਾ ਇੱਕ ਪੜਾਓ ਮੈਨੂੰ ਲੱਗਦਾ ਕਿ ਵੱਡਾ ਪੜਾਓ ਦੋਨਾਂ ਦਾ ਜਲੰਧਰ ਜ਼ਰੂਰ ਰੱਖਿਆ ਜਾਊਗਾ, ਤਾਂ ਕਿ ਜਿਹੜੀ ਸਿੱਖ ਵੋਟ ਬੈਂਕ ਹੈਗੀ ਹੈ, ਸਿੱਖ ਵੋਟਰਸ ਹੈਗੇ ਆ, ਉਹਨੂੰ ਕੰਸੋਲੀਡੇਟ ਕੀਤਾ ਜਾ ਸਕੇ। ਇੰਦਰਪ੍ਰੀਤ ਜੀ, ਇੱਥੇ ਇੱਕ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਸਰਬੱਤ ਖਾਲਸਾ ਔਰ 7 ਤਰੀਕ ਵਾਲੀ ਇਕੱਤਰਤਾ ਨੂੰ ਧਿਆਨ 'ਚ ਰੱਖਦਿਆਂ ਸੁਰੱਖਿਆ ਫੋਰਸਸ ਕਾਫੀ ਵੱਡੀ ਪੱਧਰ ਤੇ ਉਸ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ। ਮੈਂ ਦੇਖ ਰਿਹਾ ਸੀ ਫੋਟੋਗ੍ਰਾਫਸ ਔਰ ਵੱਖ-ਵੱਖ ਥਾਵਾਂ ਤੋਂ ਜੋ ਰਿਪੋਰਟ ਹੋ ਰਿਹਾ, ਸਰਕਾਰ ਪੂਰੀ ਤਰ੍ਹਾਂ ਅਲਰਟ ਤੇ ਹੈ ਔਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਜਿਹਦੇ ਵਿੱਚੋਂ ਕੁਝ ਇਸ ਤਰ੍ਹਾਂ ਦਾ ਮੈਸੇਜ ਨਿਕਲਦਾ ਹੋਵੇ ਉਹਦੇ ਉੱਤੇ ਨਜ਼ਰ ਰੱਖੀ ਹੋਈ ਹੈ। ਹੁਣ ਆਪਾਂ ਚੱਲਦੇ ਹਾਂ ਮੀਡੀਆ ਨਾਲ ਜੁੜੀ, ਕੱਲ ਅਸੀਂ ਖਬਰ ਲਈ ਤੇ ਸੀਗੀ, ਸਰਦਾਰ ਹਰਮੀਤ ਸਿੰਘ ਨੇ ਕਾਫੀ ਵਿਸਥਾਰ ਇਹਦਾ ਦਿੱਤਾ ਸੀ। ਸੁਪਰੀਮ ਕੋਰਟ ਦੇ ਵਿੱਚ ਇੱਕ ਮਲਿਆਲਮ ਟੀਵੀ ਨੂੰ ਲੈ ਕੇ ਜਦੋਂ ਸੁਣਵਾਈ ਆਉਂਦੀ ਹੈ, ਮੈਨੂੰ ਲੱਗਦਾ ਸਾਰੇ ਦੇਸ਼ ਵਿੱਚ ਮੀਡੀਆ ਪਰਿਸਥਿਤੀਆਂ ਦੇ ਨਜ਼ਰੀਓਂ ਇਹ ਟਿੱਪਣੀਆਂ ਬਹੁਤ ਅਹਿਮ ਨੇ, ਬਹੁਤ ਅਹਿਮ ਨੇ। ਭਾਸਕਰ ਸਾਹਿਬ, ਇਹ ਸਾਰੀਆਂ ਟਿੱਪਣੀਆਂ ਨਾਲ ਸਾਂਝ ਪਵਾਓ, ਫਿਰ ਅੱਜ ਕੱਲ ਅਖਬਾਰਾਂ ਤੇ ਟੀਵੀ ਚੈਨਲਾਂ ਦੀਆਂ ਲੋੜਾਂ ਕੀ ਨੇ, ਇਹਦੇ ਉੱਤੇ ਇੰਦਰਪ੍ਰੀਤ ਜੀ ਤੋਂ ਸਮਝਣ ਦਾ ਯਤਨ ਕਰਦੇ ਆ। ਵੱਡੀਆਂ ਤੋਂ ਵੱਡੀਆਂ ਅਖਬਾਰਾਂ ਵੀ ਸਰਕਾਰਾਂ ਦੇ ਥੱਲੇ ਲੰਮੇ ਕਿਉਂ ਪੈ ਜਾਂਦੀਆਂ, ਕੀ ਮਜਬੂਰੀਆਂ ਨੇ, ਪ੍ਰਾਈਵੇਟ ਖੇਤਰ ਚੋਂ ਇਸ਼ਤਿਹਾਰ ਕਿੱਥੇ ਚਲੇ ਗਏ, ਸਰਕਾਰਾਂ ਦੇ ਇਸ਼ਤਿਹਾਰ ਤੋਂ ਬਿਨਾਂ ਸਰਦਾ ਹੀ ਨਹੀਂਗਾ। ਸਾਡੇ ਇੱਥੋਂ ਛਪਣ ਵਾਲੇ ਇੱਕ ਵੱਡੇ ਅਖਬਾਰ ਲਈ ਵੀ ਇਹ ਸਿਰਦਰਦ ਬਣਿਆ ਹੋਇਆ ਕਿ ਉਹ ਬਿਨਾਂ ਸਰਕਾਰੀ ਇਸ਼ਤਿਹਾਰਾਂ ਦੇ ਅੱਗੇ ਆਪਣੇ ਆਪ ਨੂੰ ਕਿਵੇਂ ਵਧਾਵੇ। ਅਖਬਾਰਾਂ ਦੇ ਸਾਈਜ਼ ਛੋਟੇ ਹੋ ਰਹੇ ਆ ਤੇ ਮੀਡੀਆ ਚੈਨਲਾਂ ਦੇ ਜਿਹੜੇ ਨੈਸ਼ਨਲ ਚੈਨਲ ਨੇ ਔਰ ਖੇਤਰੀ ਨੇ ਉਹਨਾਂ ਦੇ ਸਟਾਫ 'ਚ ਕਟੌਤੀ ਕੀਤੀ ਜਾ ਰਹੀ ਹੈ। ਇਹ ਸਾਰੇ ਮਾਮਲੇ ਟੱਚ ਕਰਦੇ ਆ, ਪਰ ਪਹਿਲਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ। ਜੀ ਬਿਲਕੁਲ, ਸੁਪਰੀਮ ਕੋਰਟ ਦੇ ਵਿੱਚ ਮੀਡੀਆ ਤੋਂ ਰਿਲੇਟਡ ਇਹ ਮੁੱਦਾ ਕੱਲ ਆਇਆ। ਮੁੱਦਾ ਕੀ ਸੀਗਾ, ਇੱਕ ਚੈਨਲ ਹੈਗਾ ਮੀਡੀਆ 1 ਨਿਊਜ਼, ਮੀਡੀਆ 1 ਨਿਊਜ਼ ਕਰਕੇ ਇੱਕ ਚੈਨਲ ਹੈਗਾ ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਬੈਨ ਕਰਤਾ ਸੀ ਔਰ ਰੀਜ਼ਨ ਇਹ ਦਿੱਤਾ ਸੀਗਾ ਇਹਦੇ ਜਮਾਤੇ ਇਸਲਾਮੀ ਨਾਮ ਦੀ ਉਸ ਆਰਗੇਨਾਈਜੇਸ਼ਨ ਨਾਲ ਲਿੰਕ ਹੈ ਜੋ ਕਿ ਮੁਸਲਿਮ ਸਿੰਪਥਾਈਜ਼ਰ ਹੈ ਔਰ ਐਂਟੀ ਐਸਟੈਬਲਿਸ਼ਮੈਂਟ ਹੈ। ਐਂਟੀ ਐਸਟੈਬਲਿਸ਼ਮੈਂਟ ਕੇਂਦਰ ਸਰਕਾਰ ਦੇ ਖਿਲਾਫ ਹੈ। ਔਰ ਕੇਰਲਾ ਹਾਈ ਕੋਰਟ ਦਾ ਇਹ ਫੈਸਲਾ ਜਦ ਚੈਲੰਜ ਹੋਇਆ ਸੁਪਰੀਮ ਕੋਰਟ ਦੇ ਵਿੱਚ, ਔਰ ਕੇਰਲਾ ਹਾਈ ਕੋਰਟ ਦੇ ਵਿੱਚ ਇਸ ਚੈਨਲ ਨੂੰ ਇਸ ਕਰਕੇ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਕੇਂਦਰ ਨੇ ਇੱਕ ਬੰਦ ਲਿਫਾਫੇ ਦੇ ਵਿੱਚ ਸਿਕਿਉਰਿਟੀ ਰੀਜ਼ਨ ਦੱਸਣ ਕਰਕੇ ਇਸ ਚੈਨਲ ਨੂੰ ਬੰਦ ਕਰਨ ਦੀ ਹਿਦਾਇਤ ਦਿੱਤੀ ਸੀ। ਔਰ 31 ਜਨਵਰੀ ਤੋਂ ਬਾਅਦ ਇਹਨੂੰ ਇੱਕ ਤਰੀਕੇ ਨਾਲ ਇਹਦੀ ਜਿਹੜੀ ਕੈਂਸਲੇਸ਼ਨ ਹੀ ਕਰਤੀ ਸੀ ਕਿ ਇਹਨਾਂ ਨੂੰ ਅਪਰੂਵਲ ਹੀ ਨਹੀਂ ਦਿੱਤਾ ਸੀ, ਕਲੀਅਰੈਂਸ ਹੀ ਨਹੀਂ ਦਿੱਤੀ ਸੀ। ਜਦ ਇਹ ਮਾਮਲਾ ਕੱਲ ਸੁਪਰੀਮ ਕੋਰਟ ਦੇ ਵਿੱਚ ਆਇਆ ਔਰ DY ਚੰਦਰਚੂੜ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਉਹਨਾਂ ਨੇ ਮੀਡੀਆ ਦੀ ਫਰੀडम ਦੀ ਬਹਾਲੀ ਵਾਸਤੇ ਉਹ तमाम ਗੱਲਾਂ ਕੀਤੀਆਂ ਜਿਹਦੇ ਕਰਕੇ ਮੀਡੀਆ ਨੂੰ ਕਿਸੇ ਵੀ ਡੈਮੋਕ੍ਰੇਸੀ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ। ਔਰ ਨਾਲ ਦੇ ਨਾਲ ਉਸ ਬੰਦ ਲਿਫਾਫੇ ਦੇ ਕਲਚਰ ਨੂੰ ਔਰ ਬੰਦ ਲਿਫਾਫੇ ਦੀ ਗੱਲਾਂ ਨੂੰ ਉੱਥੇ ਹੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਅਡਾਨੀ ਉਹਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਵੀ ਇੱਕ ਪੈਨਲ ਬਣਨਾ ਸੀ
ਜਿਹਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬੰਦ ਲਿਫਾਫਾ ਅੱਗੇ ਕੀਤਾ ਸੀਗਾ ਸੁਪਰੀਮ ਕੋਰਟ ਵੱਲ, ਔਰ ਸੁਪਰੀਮ ਕੋਰਟ ਨੇ ਉਹ ਬੰਦ ਲਿਫਾਫਾ ਉਸੇ ਵਕਤ ਪਿੱਛੇ ਕਰਤਾ ਸੀ। ਇੱਥੇ ਵੀ ਉਸ ਬੰਦ ਲਿਫਾਫਿਆਂ ਦਾ ਜ਼ਿਕਰ ਹੈ, ਜਿੱਦਾਂ ਦੇ ਬੰਦ ਲਿਫਾਫਿਆਂ ਦਾ ਜ਼ਿਕਰ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਉਹ ਡਰੱਗ ਰਿਲੇਟਡ ਇਸ਼ੂਜ਼ ਦੇ ਉੱਤੇ ਜਿਹੜੇ 3 ਲਿਫਾਫੇ ਪਿੱਛੇ ਖੁੱਲੇ ਨੇ। ਹੁਣ ਇਸ ਜੱਜਮੈਂਟ ਦੇ ਵਿੱਚ ਡੀਵਾਈ ਚੰਦਰਚੂੜ ਨੇ ਸਾਫ਼ ਤੌਰ ਤੇ ਕਹਿਤਾ ਕਿ ਹਾਈ ਕੋਰਟ ਨੂੰ ਇਸ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਬੰਦ ਲਿਫਾਫਿਆਂ ਦੇ ਵਿੱਚ ਕੋਈ ਵੀ ਚੀਜ਼ ਐਕਸੈਪਟ ਨਹੀਂ ਕਰਨੀ ਚਾਹੀਦੀ, ਔਰ ਉਹਨਾਂ ਨੇ ਇਸ ਜਿਹੜੀ ਰੋਕੀ ਸੀ ਚੈਨਲ ਦੀ ਪਰਮਿਸ਼ਨ ਉਹਨੂੰ ਬਹਾਲ ਕਰਤਾ ਹੈ। ਔਰ ਰੀਜ਼ਨ ਇਹ ਦਿੱਤਾ ਹੈ ਕਿ ਅਗਰ ਤੁਸੀਂ ਕਿਸੇ ਚੈਨਲ ਨੂੰ ਐਂਟੀ ਐਸਟੈਬਲਿਸ਼ਮੈਂਟ ਕਹਿੰਦੇ ਹੋ, ਸਿਰਫ ਉਸ ਕਰਕੇ ਐਂਟੀ ਐਸਟੈਬਲਿਸ਼ਮੈਂਟ ਨਹੀਂ ਹੋ ਜਾਂਦੀ ਕਿ ਇੱਕ ਪਾਰਟਿਕੂਲਰ ਆਰਗੇਨਾਈਜੇਸ਼ਨ ਦੇ ਨਾਲ ਉਹਦਾ ਲਿੰਕ ਹੈ ਔਰ ਉਹਦੇ ਸ਼ੇਅਰ ਹੋਲਡਰ, ਇੱਥੇ ਐਲੀਗੇਸ਼ਨ ਵੀ ਕੀ ਲੱਗਿਆ ਹੈ ਕਿ ਜਿਹੜਾ ਮੀਡੀਆ ਵਨ ਚੈਨਲ ਹੈ ਉਹਦੇ ਸ਼ੇਅਰ ਹੋਲਡਰ ਉਹ ਜਮਾਇਤੇ ਇਸਲਾਮੀ ਨਾਲ ਤਾਲੁਕ ਰੱਖਦੇ ਨੇ, ਤੇ ਇਸ ਕਰਕੇ ਇਸ ਆਰਗੇਨਾਈਜੇਸ਼ਨ ਨੂੰ ਬੰਦ ਕੀਤਾ ਜਾਏ। ਉਹਨਾਂ ਨੇ ਇਹ ਕਿਹਾ ਕਿ ਜਮਾਇਤੇ ਇਸਲਾਮੀ ਕਿਉਂਕਿ ਬੈਂਡ ਆਰਗੇਨਾਈਜੇਸ਼ਨ ਨਹੀਂ ਹੈ ਔਰ ਇਹਦੇ ਨਾਲ ਕੋਈ ਲਿੰਕ ਕਿਸੇ ਸ਼ੇਅਰ ਹੋਲਡਰ ਦੇ ਹੈ ਵੀ ਨੇ, ਤੇ ਇਹ ਕੋਈ ਪ੍ਰਾਪਤ ਰੀਜ਼ਨ ਨਹੀਂ ਹੈਗਾ ਕਿ ਕਿਸੇ ਚੈਨਲ ਨੂੰ ਹੀ ਤੁਸੀਂ ਬੈਨ ਕਰ ਦਿਓ। ਸੁਪਰੀਮ ਕੋਰਟ ਨੇ ਇਸ ਚੈਨਲ ਦੀ ਰੋਕ ਨੂੰ ਹਟਾ ਲਿਆ ਤੇ ਹੁਣ ਇਹ ਚੈਨਲ ਚੱਲੇਗਾ। ਇਹ ਮੀਡੀਆ ਵਾਸਤੇ ਵੀ, ਔਰ ਹਾਈ ਕੋਰਟ ਦੇ ਵਿੱਚ ਜਿਹੜਾ ਬੰਦ ਲਿਫਾਫਿਆਂ ਦਾ ਕਲਚਰ ਚੱਲਦਾ ਸੀ ਉਹਦੇ ਉੱਤੇ ਸੁਪਰੀਮ ਕੋਰਟ ਦੀ ਇੱਕ ਸਖਤ ਟਿੱਪਣੀ ਆਣਾ ਆਪਣੇ ਆਪ ਵਿੱਚ ਹੀ ਟਰਾਂਸਪੇਰੈਂਸੀ ਜੁਡੀਸ਼ਰੀ ਸਿਸਟਮ ਦੇ ਵਿੱਚ ਹੋਰ ਜ਼ਿਆਦਾ ਆਏ, ਇਹਨੂੰ ਚੀਜ਼ ਨੂੰ ਇਨਸ਼ੋਰ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਔਰ ਇਹਦੇ ਵਿੱਚ ਜਦੋਂ ਇਹ ਟਿੱਪਣੀ ਵੀ ਆਉਂਦੀ ਹੈ ਕਿ ਸਰਕਾਰ ਦੀ ਆਲੋਚਨਾ ਦਾ ਮਤਲਬ ਦੇਸ਼ ਦੇ ਖਿਲਾਫ ਨਹੀਂ ਹੁੰਦਾ, ਇਹ ਬੜਾ ਅਹਿਮ ਸਵਾਲ ਆ। ਇੰਦਰਪ੍ਰੀਤ ਜੀ, ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਓ। ਦਰਅਸਲ ਖੇਤਰੀ ਪੱਧਰ ਤੇ, ਸਟੇਟ ਪੱਧਰ ਤੇ ਔਰ ਨੈਸ਼ਨਲ ਪੱਧਰ ਤੇ ਮੀਡੀਆ ਲਗਭਗ ਪ੍ਰੋ ਗਵਰਨਮੈਂਟ ਹੁੰਦਾ ਜਾ ਰਿਹਾ, ਔਰ ਇਹਦੇ ਪਿੱਛੇ ਮੈਂ ਕਾਰਨ ਜਦੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਈ ਪਹਿਲੂ ਸਾਹਮਣੇ ਨਜ਼ਰ ਆ ਰਹੇ ਆ। ਔਰ ਅੱਜ ਕੱਲ ਤਾਂ ਸੋਸ਼ਲ ਮੀਡੀਆ ਵੀ ਲਿਟਣ ਲੱਗ ਗਿਆ ਪੂਰੀ ਤਰ੍ਹਾਂ। ਗੱਲ ਤੋਰੋ ਜ਼ਰਾ ਇਹਨਾਂ ਮਾਮਲਿਆਂ ਦੀ। ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜਾ ਮੀਡੀਆ ਹੈਗਾ ਉਹ ਸਰਕਾਰ ਦੇ ਦਬਾਅ ਥੱਲੇ ਆ ਰਿਹਾ ਹੈਗਾ। ਮੈਂ ਪਿਛਲੇ ਕੁਝ ਸਮੇਂ ਤੋਂ ਅਖਬਾਰ, ਕਿਉਂਕਿ ਮੈਂ ਅਖਬਾਰਾਂ ਨਾਲ ਸੰਬੰਧਿਤ ਰਿਪੋਰਟਰ ਹਾਂ, ਇਸ ਕਰਕੇ ਦੇਖਣਾ ਪੈਂਦਾ ਸਾਰੇ ਅਖਬਾਰ। ਜਦੋਂ ਅਸੀਂ ਦੇਖਦੇ ਹਾਂ ਤਾਂ ਮੈਨੂੰ ਇੱਕ ਚੀਜ਼ ਬੜੀ ਖਾਸ ਨਜ਼ਰ ਆਉਂਦੀ ਹੈ ਕਿ ਅਖਬਾਰਾਂ ਦੇ ਵਿੱਚੋਂ ਪ੍ਰਾਈਵੇਟ ਇਸ਼ਤਿਹਾਰ ਗਾਇਬ ਜਿਹੀ ਹੋ ਗਿਆ। ਖਾਸ ਤੌਰ ਤੇ ਜਿਹੜੇ ਲੋਕਲ ਇਸ਼ਤਿਹਾਰਾਂ ਦੇ ਉੱਤੇ ਅਖਬਾਰ ਚੱਲਦੇ ਹੁੰਦੇ ਸੀ, ਇਹ ਲਗਭਗ ਹੁਣ ਮਨਫੀ ਹੋ ਚੁੱਕੇ ਹੈ। ਤਾਂ ਜਦੋਂ ਜਾਂ ਤਾਂ ਤੁਹਾਨੂੰ ਬਹੁਤ ਕਾਰਪੋਰੇਟ ਵੱਡੇ ਘਰਾਣੇ ਇਸ਼ਤਿਹਾਰ ਦਿੰਦੇ ਆ, ਤੇ ਜਾਂ ਫਿਰ ਸਰਕਾਰ ਹੀ ਇਸ਼ਤਿਹਾਰ ਦਿੰਦੀ ਹੈ। ਸੋ ਕੋਈ ਵੀ ਮੀਡੀਆ ਜਿਹੜਾ ਆਰਗੇਨਾਈਜੇਸ਼ਨ ਹੈਗੀ ਹੈ, ਦੇਖੋ ਉਹਦੇ ਲਈ ਫਿਊਲ ਹੈ। ਜੇ ਉਹ ਫਿਊਲ ਹੀ ਨਹੀਂ ਹੈਗਾ ਤਾਂ ਉਹ ਚੱਲ ਨਹੀਂ ਪਾਏਗੀ। ਸੋ ਮੈਨੂੰ ਲੱਗਦਾ ਕਿ ਉਹ ਇੱਕ ਤਾਂ ਦਬਾਅ ਮੀਡੀਆ ਤੇ ਹੈ, ਇਸ ਕਰਕੇ ਜੋ ਫਿਰ ਸਰਕਾਰਾਂ ਕਹਿੰਦੀਆਂ ਨੇ ਉਹ ਕਰਦੇ ਆ। ਇਹ ਕੋਈ ਐ ਨਹੀਂ ਕਿ ਅੱਜ ਹੀ ਸ਼ੁਰੂ ਹੋਇਆ, ਜਿੱਥੇ ਜਿੱਥੇ ਜੋ ਸਰਕਾਰ ਰਹਿੰਦੀ ਰਹੀ ਹੈ ਉਹੀ ਕਰਦੇ ਰਹੇ ਹੈ। ਹਰਿਆਣੇ 'ਚ ਚੌਟਾਲਾ ਸਾਹਿਬ ਨੇ ਇਹ ਦੱਬ ਕੇ ਵਰਤਿਆ, ਫਿਰ ਜਦੋਂ ਇੱਥੇ ਕੈਪਟਨ ਸਾਹਿਬ ਆਏ, ਕੈਪਟਨ ਸਾਹਿਬ ਨੇ ਵੀ ਇਹ ਖੂਬ ਯੂਜ਼ ਕੀਤਾ। ਉਸ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਆਈ, ਉਹਨਾਂ ਨੇ ਵੀ ਖੂਬ ਯੂਜ਼ ਕੀਤਾ। ਪਰ ਉਹ ਇੰਨਾ ਕੁ ਸਪੇਸ ਸਾਰਿਆਂ ਨੂੰ, ਬਰੀਥਿੰਗ ਸਪੇਸ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਇੰਨੀ ਕੁ ਬਰੀਥਿੰਗ ਸਪੇਸ ਸਭ ਨੂੰ ਦੇ ਦਿੰਦੇ ਸੀ ਵੀ ਚਲੋ ਇਹ ਵੀ ਚੱਲਦੇ ਰਹਿਣ। ਪਰ ਹੁਣ ਜਿਉਂ-ਜਿਉਂ ਹੋਰ ਮੋਦੀ ਸਾਹਿਬ ਨੇ ਆ ਕੇ ਤਾਂ ਬਹੁਤ ਹੀ ਇਹਨੂੰ ਟਾਈਟ ਕਰਤਾ। ਸੋ ਮੈਨੂੰ ਇਹ ਲੱਗ ਰਿਹਾ ਕਿ ਉਸੇ ਰਾਹ ਦੇ ਉੱਤੇ ਹੁਣ ਦੂਜੀਆਂ ਸਰਕਾਰਾਂ ਵੀ ਤੁਰ ਪਈਆਂ ਨੇ। ਸੋ ਇਸ ਤੋਂ ਬਚਣ ਦੀ ਲੋੜ ਹੈ। ਖਾਸ ਤੌਰ ਤੇ ਜਦੋਂ ਹੁਣ ਸੁਪਰੀਮ ਕੋਰਟ ਦੀ ਦੇਖੋ ਉਹ ਜਜਮੈਂਟ ਜਿਹੜੀ ਕੱਲ ਆਈ ਹੈ, ਉਹਦੇ ਚ ਕਿਹਾ ਕਿ ਹਰ ਚੀਜ਼ ਰਾਸ਼ਟਰੀ ਸੁਰੱਖਿਆ ਦੇ ਨਾਂ ਤੇ ਬੰਦ ਨਹੀਂ ਕੀਤੀ ਜਾ ਸਕਦੀ। ਹੁਣ ਰਾਸ਼ਟਰੀ ਸੁਰੱਖਿਆ ਦੇ ਨਾਂ ਤੇ ਤਾਂ ਸਾਡੇ ਉਹ ਅੰਮ੍ਰਿਤਪਾਲ ਵਾਲੇ ਜਿਹੜੇ ਮਾਤਰ ਸਾਥੀ ਕਿੰਨੇ ਉੱਥੇ ਵਿਚਾਰੇ ਡਿਬਰੂਗੜ੍ਹ ਦੀ ਜੇਲ੍ਹ ਚ ਭੇਜਦੇ ਆ, ਉਹਨਾਂ ਤੇ ਤਾਂ ਇੱਕ ਸਿੰਪਲ ਚੋਰੀ ਦਾ ਇਲਜ਼ਾਮ ਵੀ ਹੈ ਨਹੀਂਗਾ, ਜਿਨ੍ਹਾਂ ਤੇ ਹੁਣ NSA ਵਰਗੇ ਸੰਗੀਨ ਆਰੋਪ ਲਗਾ ਕੇ ਉੱਥੇ ਭੇਜਿਆ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ, ਮੈਨੂੰ ਲੱਗਦਾ ਕਿ ਇਹ ਡਰਾਉਣ ਵਾਸਤੇ ਜਾਂ ਦਬਾਉਣ ਵਾਸਤੇ ਹੁੰਦੀਆਂ ਹੈ ਜੀ। ਔਰ ਇਹ ਸਰਕਾਰੀ ਟੂਲ ਤਾਂ ਸਰਕਾਰਾਂ ਦੇ ਹੱਥ 'ਚ ਹੈ ਹੀ ਹੈ। ਸੁਰੱਖਿਆ ਏਜੰਸੀਆਂ ਵਾਲਾ ਟੂਲ ਜਿਹੜਾ ਹੈਗਾ ਉਹ ਤਾਂ ਹੈ ਹੀ ਹੈ, ਚਾਹੇ ਉਹ ਇਹਨਾਂ ਨੂੰ ਸੁਰੱਖਿਆ ਏਜੰਸੀਆਂ ਦੇ ਨਾਂ ਤੇ ਦਬਾ ਲਓ ਤੇ ਮੀਡੀਆ ਵਾਲਿਆਂ ਨੂੰ ਇਸ਼ਤਿਹਾਰਾਂ ਦੇ ਨਾਂ ਤੇ ਦਬਾ ਲਓ। ਤੇ ਇਹ ਮੈਨੂੰ ਲੱਗਦਾ ਕਿ ਹੁਣ ਸਾਰੀਆਂ ਏਜੰਸੀਆਂ ਜਿਹੜੀਆਂ ਹੈ ਇਹਨੂੰ ਯੂਜ਼ ਕਰ ਹੀ ਰਹੀਆਂ। ਭਾਸਕਰ ਸਾਹਿਬ, ਆਪਾਂ ਤੁਸੀਂ ਆਪਣੀ ਗੱਲ ਕਹਿ ਲਓ ਇਸ ਤੋਂ ਪਹਿਲਾਂ ਜੀ। ਜਿੱਥੇ ਤੱਕ ਮੀਡੀਆ ਔਰ ਇਸ਼ਤਿਹਾਰਾਂ ਦਾ ਜਿਹੜਾ ਖੇਡ ਹੈ, ਔਰ ਸਰਕਾਰਾਂ ਇਸ਼ਤਿਹਾਰ ਦਿਖਾ ਕੇ ਜਿਸ ਤਰੀਕੇ ਨਾਲ ਬਾਹਾਂ ਮਰੋੜਦੀਆਂ ਮੀਡੀਆ ਹਾਊਸਿਸ ਦੀ, ਮੈਨੂੰ ਲੱਗਦਾ ਇਹ ਸਿਚੁਏਸ਼ਨ ਕਦੀ ਖਤਮ ਨਹੀਂ ਹੋਣੀ। ਇਹਦੇ ਵਾਸਤੇ ਲੋੜ ਹੈਗੀ ਹੈ ਇੱਕ ਨੈਸ਼ਨਲ ਪਾਲਿਸੀ ਦੀ, ਭਾਵੇਂ ਸੂਬੇ ਦੀ ਸਰਕਾਰ ਹੋਏ ਭਾਵੇਂ ਕੇਂਦਰ ਦੀ ਸਰਕਾਰ ਹੋਏ। ਜੇ ਕੋਈ ਐਡਵਰਟੀਜ਼ਮੈਂਟ ਇੱਕ ਦਿੱਤੀ ਜਾਂਦੀ ਹੈ, ਉਹ ਸਾਰੀ ਉਸ ਰਜਿਸਟਰਡ ਆਰਗੇਨਾਈਜੇਸ਼ਨ ਨੂੰ, ਨਿਊਜ਼ਪੇਪਰਾਂ ਨੂੰ ਦਿੱਤੀ ਜਾਏ, ਤੇ ਫਿਰ ਇਹ ਵਿਤਕਰੇ ਹੋਣਗੇ ਨਹੀਂ। ਪੰਜਾਬ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਵਿਤਕਰਿਆਂ ਦੀ ਗੱਲ ਹੋਈ। ਇੱਕ ਅਖਬਾਰ ਦੀ ਐਡਵਰਟੀਜ਼ਮੈਂਟ ਬੰਦ ਹੋਈ, ਉਸ ਤੋਂ ਬਾਅਦ ਹੋ ਹੱਲਾ ਹੋਇਆ। ਫਿਰ ਹੁਣ ਹਜੇ ਤੱਕ ਗੱਲ ਉੱਥੇ ਹੀ ਖੜੀ ਹੈ
ਕਿ ਜੇ ਤੁਸੀਂ ਸਰਕਾਰ ਦੇ ਖਿਲਾਫ ਕੁਝ ਲਿਖੋਗੇ ਤੇ ਤੁਹਾਡੀ ਐਡਵਰਟਾਈਜ਼ਮੈਂਟ ਬੰਦ ਕਰ ਦਿੱਤੀ ਜਾਏਗੀ। ਐਡਵਰਟਾਈਜ਼ਮੈਂਟ ਲੈਣਾ ਹਜੇ ਤੱਕ ਮੀਡੀਆ ਦਾ ਹੱਕ ਨਹੀਂ ਹੈ ਕਿ ਸਰਕਾਰ ਤੁਹਾਡੇ ਖਿਲਾਫ ਹੈ, ਤੁਹਾਨੂੰ ਐਡਵਰਟਾਈਜ਼ਮੈਂਟ ਨਹੀਂ ਦਿੰਦੀ ਤੇ ਤੁਸੀਂ ਸਰਕਾਰ ਦੇ ਖਿਲਾਫ ਕੋਈ ਮੋਰਚਾ ਖੋਲ ਸਕਦੇ ਹੋ। ਇਸ ਚੀਜ਼ ਨੂੰ ਲੀਗਲਾਈਜ਼ ਔਰ ਇੱਕ ਪਾਲਿਸੀ ਦੇ ਰੂਪ ਵਿੱਚ ਅੱਗੇ ਲੈ ਕੇ ਜਾਣ ਦੀ ਲੋੜ ਹੈ, ਤਾਂ ਕਿ ਪ੍ਰੈਸ ਦੀ ਫਰੀडम ਵੀ ਬਣੀ ਰਹੇ ਤੇ ਸਰਕਾਰ ਵੀ ਬਾਹਾਂ ਮਰੋੜਨ ਦੇ ਵਿੱਚ ਕਾਮਯਾਬ ਨਾ ਹੋਣ। ਪਰ ਇਸ ਪਾਲਿਸੀ ਨੂੰ ਅੱਗੇ ਲੈ ਕੇ ਕੌਣ ਜਾਏ, ਕਿਉਂਕਿ ਭਾਵੇਂ ਕੇਂਦਰ ਸਰਕਾਰ ਹੈ, ਭਾਵੇਂ ਸੂਬੇ ਦੀ ਸਰਕਾਰਾਂ ਹੈਗੀਆਂ, ਸਾਰੀ ਇਸ ਚੀਜ਼ ਨੂੰ ਯੂਜ਼ ਕਰਦੀ ਹੈ ਵੀ ਜੇ ਸਾਡੇ ਖਿਲਾਫ ਕੁਝ ਲਿਖਿਆ ਤੇ ਫਿਰ ਤੁਹਾਡੀ ਐਡਵਰਟਾਈਜ਼ਮੈਂਟ ਬੰਦ। ਅਗਲੇ ਵੀ ਮੰਨ ਜਾਂਦੇ ਨੇ, ਔਰ ਮੀਡੀਆ ਵੀ ਕੋਈ ਵਿਚਾਰਾ ਨਹੀਂ ਹੈਗਾ। ਮੀਡੀਆ ਵੀ ਇਹਨਾਂ ਐਡਵਰਟਾਈਜ਼ਮੈਂਟ ਨੂੰ ਲੈਣ ਵਾਸਤੇ ਕਿਸੇ ਵੀ ਹੱਦ ਤੱਕ ਚਲੇ ਜਾਂਦਾ ਹੈ ਤੇ ਫਿਰ ਉਸ ਪ੍ਰੈਸ ਫਰੀडम ਦੇ ਡਿਗਨਿਟੀ ਨੂੰ ਲੋ ਕਰਨ ਵਾਸਤੇ ਮੀਡੀਆ ਆਪ ਵੀ ਰਿਸਪੌਂਸਿਬਲ ਹੈਗਾ ਜੀ। ਇਹਦੇ ਵਿੱਚ ਇਹ ਵੀ ਦੇਖਣਾ ਹੈ ਕਿ ਮੀਡੀਆ ਮੈਨੇਜਮੈਂਟਸ ਦੇ ਵਿੱਚ ਕੌਣ ਬੈਠੇ ਆ, ਕੀ ਵਪਾਰਕ ਘਰਾਣਿਆਂ ਦੇ ਮੀਡੀਆ ਨੇ, ਜਾਂ ਇਹ ਟਰਸਟ ਨੇ, ਜਾਂ ਇਹ ਪਬਲਿਕ ਫੇਵਰ ਦੇ ਵਿੱਚ ਚੱਲਣ ਵਾਲੀਆਂ ਕੋਈ NGOs ਨੇ, ਕੌਣ ਚਲਾ ਰਿਹਾ? ਕੋਈ ਸਿਆਸੀ ਪਾਰਟੀਆਂ ਵੀ TV ਚੈਨਲ ਚਲਾ ਰਹੀਆਂ, ਅਖਬਾਰਾਂ ਚਲਾ ਰਹੀਆਂ। ਇਹ ਕਾਫੀ ਪੇਚੀਦਾ ਮਾਮਲਾ ਹੈ ਜਿਹਨੂੰ ਸ਼ਾਇਦ ਸੁਲਝਾਉਣਾ ਐਡਾ ਸੌਖਾ ਨਹੀਂ। ਔਰ ਦੂਜੀ ਗੱਲ ਇਹ ਵੀ ਹੈ ਕਿ ਸਰਕਾਰਾਂ ਨੂੰ ਵੀ ਪਤਾ ਹੁੰਦਾ ਕਿ ਕਿੱਥੇ ਕਬਾਹ ਮਰੋੜਿਆਂ ਗੱਲ ਬਣ ਜਾਊਗੀ। ਉਹਨਾਂ ਨੇ ਜਿਨ੍ਹਾਂ ਨੇ ਕੋਈ ਥੋੜੇ ਬਹੁਤੇ ਸਮਝੌਤੇ ਕੀਤੇ ਹੁੰਦੇ ਆ, ਬਾਅਦ ਦੇ ਵਿੱਚ ਟੇਢੇ ਹੋਣ ਦੀ ਕੋਸ਼ਿਸ਼ ਕਰਦੇ ਆ, ਫਿਰ ਉਹ ਅਗਲੇ ਸਮਝੌਤੇ ਪੁਰਾਣੇ ਵੀ ਕੱਢ ਕੇ ਸਾਹਮਣੇ ਰੱਖ ਦਿੰਦੇ ਆ। ਥੋੜੀ ਦੇਰ ਲਈ ਪੰਜਾਬ ਦੇ ਵਿੱਚ ਵੀ ਇਸ਼ਤਿਹਾਰ ਬੰਦ ਕੀਤੇ ਜਾਂਦੇ ਆ, ਸੱਤਾਧਾਰੀਆਂ ਵੱਲੋਂ ਪੈਨਲਿਸਟ ਭੇਜਣੇ ਬੰਦ ਕਰਤੇ ਜਾਂਦੇ ਆ। ਅਗਲਿਆਂ ਨੂੰ ਪਤਾ ਲੱਗ ਜਾਂਦਾ ਯਾਰ ਦਾਲ 'ਚ ਕੁਝ ਕਾਲਾ, ਟੇਢਾ ਹੋ ਗਿਆ ਕੰਮ, ਅਗਲੇ ਸਮਝੌਤੇ ਵਾਲਾ ਚੈਨਲ ਥੱਲੇ ਦੀ ਚਲਾ ਲੈਂਦੇ ਆ। ਸੋ ਇਸ ਤਰ੍ਹਾਂ ਹੁੰਦਾ ਰਹਿੰਦਾ। ਜੇ ਕੋਈ ਆਕੜ ਜੇ ਅੱਗੋਂ ਲੰਬੇ ਸਮੇਂ ਲਈ ਬੰਦ ਹੋ ਜਾਂਦੀ ਉਹਦੀ ਐਡ। ਸੋ ਇਹ ਚੰਡੀਗੜ੍ਹ ਤੋਂ ਸ਼ਬਦ ਅਖਬਾਰਾਂ ਨੇ ਵੀ ਚੱਲਿਆ। ਇਹ ਰੌਲੇ ਰੱਪੇ ਕਾਫੀ ਨੇ। ਅਗਲੇ ਦਿਨਾਂ 'ਚ ਕਿਤੇ ਖੁੱਲ ਕੇ ਗੱਲਾਂ ਕਰਾਂਗੇ, ਇੱਕ ਵੱਡੇ ਪੈਨਲ ਤੇ ਬਹਿਸ ਹੋਣੀ ਬਣਦੀ ਹੈ। ਭਾਸਕਰ ਸਾਹਿਬ, ਗੁਲਾਮ ਨਬੀ ਆਜ਼ਾਦ ਨੇ ਉਮਰ ਦਾ ਬਹੁਤ ਵੱਡਾ ਹਿੱਸਾ ਕਾਂਗਰਸ ਦੇ ਲੇਖੇ ਲਾਇਆ, ਔਰ ਉੱਥੋਂ ਕਾਂਗਰਸ ਦੇ ਵਿੱਚੋਂ ਮਲਾਈ ਵੀ ਛਕੀ ਹੈ। ਇਹ ਦੋਵੇਂ ਪੱਖ ਨੇ, ਸੇਵਾ ਵੀ ਕੀਤੀ ਹੋਊਗੀ ਤੇ ਮਲਾਈ ਵੀ ਛਕੀ ਆ। ਉਹਨਾਂ ਨੇ ਅਹੁਦੇ ਵੀ ਬੜੇ ਲਏ ਆ। ਪਿੱਛੇ ਉਹਨਾਂ ਦੀ ਰਿਟਾਇਰਮੈਂਟ ਸੀ ਰਾਜ ਸਭਾ ਚੋਂ, ਔਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬੜੇ ਸੋਹਲੇ ਸਿਫਤਾਂ ਕੀਤੀਆਂ, ਔਰ ਅਥਰੂ ਵੀ ਇੱਕ ਦੂਜੇ ਲਈ ਆਏ। ਉਹ ਅਥਰੂਆਂ ਦਾ ਅਸਰ ਸੀ ਕਿ ਗੁਲਾਮ ਨਬੀ ਆਜ਼ਾਦ ਸਾਹਿਬ ਉਮਰ ਦੇ ਇਸ ਪੜਾਅ ਤੇ ਥੋੜੇ ਵੱਖਰੇ ਹੋ ਗਏ। ਲੇਕਿਨ ਜਦੋਂ ਕੱਲ ਉਹ ਆਪਣੀ ਸਵੈ ਜੀਵਨੀ ਜਾਂ ਉਹਨਾਂ ਦੀ ਜਿਹੜੀ ਜੀਵਨ ਨਾਲ ਸੰਬੰਧਿਤ ਕਿਤਾਬ ਰਿਲੀਜ਼ ਦਾ ਸਮਾਰੋਹ ਸੀ, ਉਹਦੇ ਵਿੱਚ ਕਾਫੀ ਕਾਂਗਰਸ ਦੀਆਂ ਪਰਤਾਂ ਜੀਆਂ ਉਧੇੜ ਰਹੇ ਸੀ। ਕਾਂਗਰਸ 'ਚ ਰਹਿਣ ਲਈ ਤੁਹਾਨੂੰ ਰੀੜ੍ਹ ਦੀ ਹੱਡੀ ਕਢਾਉਣੀ ਪੈਂਦੀ ਆ। ਇਹ ਕਾਫੀ ਵੱਡਾ ਸਵਾਲ ਹੈ, ਐਡਰੈਸ ਕਰੋ। ਬਿਲਕੁਲ, ਗੁਲਾਮ ਨਬੀ ਆਜ਼ਾਦ ਉਹਨਾਂ ਦਾ ਕੱਲ ਫਿਰ ਇੱਕ ਵਾਰ ਦਰਦ ਛਲਕਿਆ, ਔਰ ਦਰਦ ਵੀ ਕੀ ਸੀਗਾ, ਆਟੋਬਾਇਓਗ੍ਰਾਫੀ ਦਾ ਮੌਕਾ ਸੀਗਾ। ਸਵਾਲ ਪੁੱਛ ਲਿਆ ਪੱਤਰਕਾਰਾਂ ਨੇ ਕਿ ਤੁਹਾਨੂੰ ਲੱਗਦਾ ਕਾਂਗਰਸ ਦੇ ਵਿੱਚ ਤੁਸੀਂ ਦੁਬਾਰਾ ਕਦੀ ਆ ਸਕਦੇ ਹੋ? ਕਹਿੰਦੇ ਨਹੀਂ। ਹਾਲਾਂਕਿ ਰਾਹੁਲ ਨੂੰ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਕਿ ਰਾਹੁਲ ਗਾਂਧੀ ਜ਼ਿੰਮੇਵਾਰ ਹੈ ਕਿ ਅੱਜ ਮੈਂ ਕਾਂਗਰਸ ਦੇ ਵਿੱਚ ਨਹੀਂ ਹਾਂ। ਉਹਨਾਂ ਨੇ ਇੱਥੇ ਤੱਕ ਵੀ ਗੱਲ ਕਹੀ ਕਿ ਕਾਂਗਰਸ ਦੇ ਵਿੱਚ ਉਹੀ ਵਿਅਕਤੀ ਰਹਿ ਸਕਦਾ ਜਿਹਦੀ ਰੀੜ੍ਹ ਦੀ ਹੱਡੀ ਨਹੀਂ ਹੈ, ਯਾਨੀ ਤੁਹਾਨੂੰ ਆਪਣਾ ਆਪਰੇਸ਼ਨ ਕਰਾਉਣਾ ਪੈਂਦਾ, ਰੀੜ੍ਹ ਦੀ ਹੱਡੀ ਕਢਾ ਲਓ ਤੇ ਫਿਰ ਤੁਸੀਂ ਕਾਂਗਰਸ ਦੇ ਵਿੱਚ ਰਹਿ ਸਕਦੇ ਹੋ। ਅਗਲਾ ਸਵਾਲ ਪੱਤਰਕਾਰਾਂ ਦਾ ਇਹ ਵੀ ਆ ਗਿਆ ਕਿ ਸੋਨੀਆ ਗਾਂਧੀ ਨੇ ਕਦੀ ਤੁਹਾਨੂੰ ਰੋਕਣ ਦੀ ਨਹੀਂ ਕੋਸ਼ਿਸ਼ ਕੀਤੀ ਤੁਸੀਂ ਨਾ ਜਾਓ? ਉਹ ਕਹਿੰਦੇ ਨੇ ਸੋਨੀਆ ਗਾਂਧੀ ਦੀ ਤੇ ਪਾਰਟੀ ਦੇ ਵਿੱਚ ਚੱਲਦੀ ਨਹੀਂ। ਸੋਨੀਆ ਗਾਂਧੀ ਭਾਵੇਂ ਪਾਰਟੀ ਦੀ ਪ੍ਰਧਾਨ ਹੁੰਦੀ ਸੀ, ਪਰ ਸੋਨੀਆ ਗਾਂਧੀ ਕੋਈ ਵੀ ਫੈਸਲਾ ਆਪਣੀ ਤਰਫੋਂ ਨਹੀਂ ਲੈਤੀ ਸੀ। ਔਰ ਨਾਲ ਦੇ ਨਾਲ ਉਹਨਾਂ ਨੇ UPA 2 ਸਰਕਾਰ ਨੂੰ ਬੜੇ ਵੀਕ ਸਰਕਾਰ ਦੇ ਤੌਰ ਤੇ ਅੱਗੇ ਪੇਸ਼ ਕੀਤਾ, ਔਰ ਕਿਹਾ ਕਿ ਜਦ ਰਾਹੁਲ ਗਾਂਧੀ ਉਹਨਾਂ ਨੇ ਉਸ ਆਰਡੀਨੈਂਸ ਦੀ ਕਾਪੀ ਪਾੜੀ ਸੀਗੀ ਜਿਹਦੇ ਵਿੱਚ ਕਿਸੇ ਵੀ MLA ਜਾਂ MP ਦੀ 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਉਹਦੀ ਡਿਸਕੁਆਲੀਫਿਕੇਸ਼ਨ ਨਹੀਂ ਹੋ ਸਕਦੀ, ਉਹ ਇੱਕ ਆਰਡੀਨੈਂਸ UPA 2 ਸਰਕਾਰ ਨੇ ਪਾਸ ਕੀਤਾ ਸੀਗਾ। ਪਰ ਤੁਹਾਨੂੰ ਵੀ ਯਾਦ ਹੋਏਗਾ ਉਹ ਭਰੀ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਨੇ ਉਹ ਟੋਟੇ ਕਰਤੀ ਸੀ, ਪਾੜਤੀ ਸੀ, ਔਰ ਉਸ ਪਾੜਨ ਕਰਕੇ ਹੀ ਰਾਹੁਲ ਗਾਂਧੀ ਅੱਜ ਆਪਣੀ ਡਿਸਕੁਆਲੀਫਿਕੇਸ਼ਨ ਵੱਲ ਵਧਿਆ ਹੈ। ਯਾਨੀ ਰਾਹੁਲ ਗਾਂਧੀ ਉਹਨਾਂ ਨੂੰ ਜਿੰਨਾ ਕੋ ਕ੍ਰਿਟੀਸਾਈਜ਼ ਉਹ ਕੱਲ ਦੇ ਮੌਕੇ ਤੇ ਕਰ ਸਕਦੇ ਸੀ, ਉਹਨਾਂ ਨੇ ਕੀਤਾ, ਔਰ ਆਪਣੀ ਵਾਪਸੀ ਦੀ ਸੰਭਾਵਨਾਵਾਂ ਨੂੰ ਵੀ ਸਿਰੇ ਤੋਂ ਇਨਕਾਰ ਕਰਤਾ। ਔਰ ਜਿਹੜੀ ਗੈਦਰਿੰਗ ਸੀਗੀ, ਜਿਹੜੇ ਲੋਕ ਸੀਗੇ ਇਸ ਮੌਕੇ ਦੇ ਵਿੱਚ ਆਏ, ਉਹ ਕੌਣ ਸੀਗੇ? ਉਹ ਵੀ ਮੇਰੇ ਖਿਆਲ ਨਾਲ ਹਾਣੀ ਸੀਗੇ ਗੁਲਾਮ ਨਬੀ ਆਜ਼ਾਦ ਉਹਨਾਂ ਦੇ, ਆਨੰਦ ਸ਼ਰਮਾ, ਜੋਤੀ ਰਾਜੇ ਸਿੰਧੀਆ ਜਿਹੜੇ ਪਹਿਲੇ ਆਲਰੇਡੀ ਛੱਡ ਚੁੱਕੇ ਨੇ, ਔਰ ਅੱਜ ਕੱਲ ਭਾਜਪਾ ਦੇ ਸਿਵਲ ਐਵੀਏਸ਼ਨ ਮਿਨਿਸਟਰ ਵੀ ਹੈਗੇ ਨੇ ਕੇਂਦਰ ਸਰਕਾਰ ਦੇ। ਲੇਕਿਨ ਇਹ ਦਰਦ, ਔਰ ਤੁਹਾਨੂੰ ਇਹ ਵੀ ਯਾਦ ਹੋਏਗਾ ਗੁਲਾਮ ਨਬੀ ਆਜ਼ਾਦ ਜਦ ਪਾਰਲੀਮੈਂਟ ਦੇ ਵਿੱਚ ਸੀਗੇ ਤੇ ਮੋਦੀ ਉਹਨਾਂ ਨੇ ਬੜੀ ਤਾਰੀਫ ਕੀਤੀ ਸੀ, ਔਰ ਅੱਖਾਂ ਚੋਂ ਆਂਸੂ ਵੀ ਨਿਕਲੇ ਸੀਗੇ ਗੁਲਾਮ ਨਬੀ ਆਜ਼ਾਦ ਉਹਨਾਂ ਦੇ। ਕੱਲ ਆਂਸੂ ਨਹੀਂ ਨਿਕਲੇ, ਪਰ ਦਰਦ ਜ਼ਰੂਰ ਨਿਕਲਿਆ। ਕਾਂਗਰਸ ਦੇ ਵਿੱਚ 50 ਸਾਲ ਬਿਤਾਉਣ ਤੋਂ ਬਾਅਦ ਸੋਨੀਆ ਗਾਂਧੀ ਨੂੰ 0
ਰਾਹੁਲ ਗਾਂਧੀ ਨੂੰ ਰਿਸਪੌਂਸਿਬਲ ਔਰ ਰੀੜ ਦੀ ਹੱਡੀ ਕਢਾਉਣ ਤੱਕ ਦੀ ਗੱਲਾਂ ਉਹਨਾਂ ਨੇ ਕਰਤੀ। ਇਸ ਤੋਂ ਜ਼ਿਆਦਾ ਉਹ ਕੁਝ ਕਹਿ ਵੀ ਨਹੀਂ ਸਕਦੇ ਸੀ। ਕਈ ਵਾਰੀ ਅੰਦਰ ਬੈਠਾ ਬੰਦਾ ਬਿਹਤਰ ਪ੍ਰਭਾਸ਼ਿਤ ਕਰ ਸਕਦਾ ਹੁੰਦਾ ਹਾਲਾਤ ਨੂੰ, ਤੇ ਉਹਨਾਂ ਨੇ ਆਪਣਾ ਇਹ ਮੌਕਾ ਖੁੰਝਾਇਆ ਨਹੀਂ, ਤੇ ਜਿਹੜੇ ਸਾਹਮਣੇ ਬੈਠੇ ਸਾਥੀ ਪੁਰਾਣੇ ਉਹਨਾਂ ਨੂੰ ਵੀ ਇਹ ਦੱਸਿਆ ਹੈ ਕਿ ਉੱਥੇ ਕੀ ਕੁਝ ਪਿਆ। ਪਰ ਇੰਦਰਪ੍ਰੀਤ ਜੀ, ਆਖਰੀ ਖਬਰ ਲੈਂਦੇ ਆ। ਪੰਜਾਬ ਖੇਤੀ ਤੇ ਵੱਸਦਾ ਹੈ, ਖੇਤੀ ਤੇ ਇਹਦੀ ਮਾਰਕੀਟ ਚੱਲਦੀ ਹੈ, ਖੇਤੀ ਤੇ ਇਹਦਾ ਜੀਵਨ ਹੈ, ਤੇ ਹੁਣ ਖੇਤੀ ਬੱਚੇ ਬਾਹਰ ਭੇਜ ਰਹੀ ਆ, ਲੋਕ ਜ਼ਮੀਨਾਂ ਵੇਚ ਕੇ ਇਸ ਧਰਤੀ ਦਾ ਮੁੱਲ ਵੱਟ ਕੇ ਹੀ ਆਪਣੇ ਬੱਚਿਆਂ ਨੂੰ ਸੈਟਲ ਕਰ ਰਿਹਾ। ਕਦੇ ਇਸ ਧਰਤੀ ਤੋਂ ਖਾਣਾ ਖਾਣ ਵਾਲਾ ਮਨੁੱਖ ਹੁਣ ਇਹਨੂੰ ਵੇਚ ਕੇ ਕਿਤੇ ਹੋਰ ਖਾਣਾ ਖਾਣ ਲਈ ਜਾ ਰਿਹਾ। ਇਹਦੀ ਐਕਸਪੋਰਟ ਖੇਤੀ ਆਧਾਰਿਤ ਜੋ ਵੀ ਹੈ ਸਾਡੇ ਪ੍ਰੋਡਿਊਸ ਬਹੁਤ ਘਟ ਗਈ ਹੈ। ਅਸੀਂ ਝੋਨੇ ਕਣਕ ਤੱਕ ਸੀਮਤ ਹੋ ਗਏ ਆ, ਔਰ ਉਹਦੀ ਸ਼ਾਇਦ ਉਨੀ ਮੰਗ ਮੁੰਗ ਹੈ ਨਹੀਂ। ਅਸੀਂ ਬਦਲਵੇਂ ਰਾਹਾਂ ਤੇ ਤੁਰੇ ਹੀ ਨਹੀਂ, ਸਾਨੂੰ ਤੋਰਿਆ ਵੀ ਨਹੀਂ ਗਿਆ, ਸਾਨੂੰ ਮੰਡੀ ਵੀ ਨਹੀਂ ਦਿੱਤੀ ਗਈ, ਔਰ ਬਾਹਰਲੀ ਮੰਡੀ ਜਿਹੜੀ ਉਹਦੇ ਚ ਅਸੀਂ ਨੌਕ ਹੀ ਨਹੀਂ ਕੀਤਾ। ਇਹ ਪਰਿਸਥਿਤੀਆਂ ਬੜੀਆਂ ਘਾਤਕ ਨੇ, ਕਿਉਂਕਿ ਸਾਡੇ ਗੁਆਂਢੀ ਸੂਬਿਆਂ ਦੇ ਵਿੱਚ ਜੋ ਸਭ ਹੋ ਰਿਹਾ ਉੱਥੇ ਅਸੀਂ ਪਛੜ ਗਏ। ਸਾਡਾ ਮੋਹ ਨਹੀਂ ਰਿਹਾ ਇਸ ਖਿੱਤੇ ਨਾਲ, ਸਾਡਾ ਆਪਣਾ ਆਪ ਹੁਣ ਇਹ ਪਛਾਣ ਨਹੀਂ ਰਿਹਾ। ਮੈਨੂੰ ਲੱਗਦਾ ਅਸੀਂ ਪ੍ਰਵਾਸੀ ਆ। ਅਸੀਂ ਇੱਕ ਸ਼ਬਦ ਵਰਤਿਆ ਜਾਂਦਾ ਹੁੰਦਾ ਟੱਪਰੀਵਾਸ, ਅਸੀਂ ਟੱਪਰੀਵਾਸ ਦੀ ਜੂਨ ਦੇ ਵਿੱਚ ਤੁਰੇ ਜਾਂਦੇ ਆ। ਕੀ ਕਹਿੰਦੇ ਰੰਧਾਵਾ ਸਾਹਿਬ, ਇਹ ਖਬਰ ਮੇਰੇ ਲਈ ਤਾਂ ਘੱਟੋ ਘੱਟ ਬਹੁਤ ਸ਼ੌਕਿੰਗ ਖਬਰ ਹੈ ਜਿਹੜੀ ਇਹ ਅੱਜ ਲੱਗੀ ਹੈ ਸਾਰੇ ਲੋਕ ਸਭਾ ਦੇ ਵਿੱਚ। ਕੱਲ ਜਿਹੜੀ ਇਹ ਦਿੱਤੀ ਹੈ, ਜਵਾਬ ਦਿੱਤਾ ਹੈ ਕਮਰਸ ਮਿਨਿਸਟਰੀ ਨੇ ਕਿ ਐਕਸਪੋਰਟ ਪੰਜਾਬ ਦਾ ਜਿਹੜਾ ਹੈਗਾ ਬਾਹਰਲੇ ਦੇਸ਼ਾਂ 'ਚ ਐਗਰੀ ਐਕਸਪੋਰਟ ਜਿਹੜਾ ਹੈਗਾ ਉਹ ਬਹੁਤ ਘਟ ਗਿਆ ਪਿਛਲੇ 5 ਸਾਲਾਂ 'ਚ। ਲਗਭਗ ਤੁਸੀਂ ਕਹੋ 40% ਦੇ ਕਰੀਬ ਇਹ ਘਟ ਗਿਆ, ਤੇ ਜਦਕਿ ਬਾਕੀ ਸਾਰੀਆਂ ਸਟੇਟਾਂ ਦਾ ਵੀ ਵਧਿਆ ਔਰ ਓਵਰਆਲ ਇੰਡੀਆ ਦਾ ਵੀ ਬਹੁਤ ਵਧਿਆ। ਤੇ ਪਰ ਸਾਡਾ ਕਿਉਂ ਘਟ ਗਿਆ? ਉਹਦੇ ਦੋ ਕਾਰਨ ਮੈਨੂੰ ਸਮਝ ਆਉਂਦੇ ਆ। ਇੱਕ ਤਾਂ ਇਹ ਕਿ ਅਸੀਂ ਟੋਟਲ ਆਪਣੇ ਆਪ ਨੂੰ ਸੀਮਿਤ ਕਰ ਲਿਆ ਕਣਕ ਤੇ ਝੋਨੇ ਲਈ, ਔਰ ਇਹ ਦੋਨੋਂ ਇਹੋ ਜਿਹੀਆਂ ਫਸਲਾਂ ਨੇ ਜਿਹਦੇ ਤੇ ਜਦੋਂ ਵੀ ਥੋੜੀ ਜਿਹੀ ਮਹਿੰਗਾਈ ਆਉਂਦੀ ਹੈ ਜਾਂ ਸਾਨੂੰ ਇਹ ਲੱਗਦਾ ਵੀ ਸਾਡਾ ਬਫਰ ਸਟਾਕ ਘਟ ਰਿਹਾ, ਅਸੀਂ ਤੁਰੰਤ ਉਸ ਤੇ ਰੋਕ ਲਗਾ ਦਿੰਦੇ ਹਾਂ। ਜਿਵੇਂ ਕਿ ਇਸ ਮਾਮਲੇ 'ਚ ਇੱਥੇ ਵੀ ਹੋਇਆ ਕਿ ਮਈ 22 ਦੇ ਵਿੱਚ ਪੈਡੀ ਔਰ ਵੀਟ ਦੋਨਾਂ ਦਾ ਐਕਸਪੋਰਟ ਜਿਹੜਾ ਹੈਗਾ ਉਹ ਬੰਦ ਕਰਤਾ। ਯਾਨੀ ਕਿ ਜਿਹੜੀ ਚੀਜ਼ ਸਾਡੇ ਕੋਲੋਂ ਬਾਹਰ ਜਾਣੀ ਹੈ ਉਹ ਤਾਂ ਰੋਕ ਦੋ, ਤੇ ਜਿਹੜੀ ਚੀਜ਼ ਦੂਜੀ ਜਿਹੜੇ ਬਾਕੀ ਸਟੇਟਾਂ ਨੇ ਜਿਨ੍ਹਾਂ ਦਾ ਐਕਸਪੋਰਟ ਵਧਿਆ ਹੈ ਉਹ ਸਾਰੀਆਂ ਉਹਨਾਂ ਫਸਲਾਂ ਦਾ ਵਧਿਆ ਜਿਹੜੀਆਂ ਉਹ ਕਮਰਸ਼ੀਅਲ ਦੇ ਵਿੱਚ ਲੈ ਗਏ ਹੈ, ਚਾਹੇ ਬਾਸਮਤੀ ਹੋਵੇ, ਚਾਹੇ ਫਲ ਫਰੂਟ ਹੋਣ, ਮੀਟ ਹੋਵੇ ਜਾਂ ਕੁਝ ਵੀ ਹੋਵੇ, ਉਹ ਸਾਰੀਆਂ ਉਹ ਨੇ ਜਿਹੜੀਆਂ ਉਹਨਾਂ ਨੇ ਆਪਣੇ ਸਟੇਟ ਨੇ ਖੁਦ ਉਸ ਤੇ ਕੰਮ ਕੀਤਾ ਹੈ। ਅਸੀਂ ਆਪ ਕੰਮ ਨਹੀਂ ਕਰ ਰਹੇ। ਮੈਂ ਤੁਹਾਨੂੰ ਇਸੇ ਪਲੇਟਫਾਰਮ ਤੇ ਪਹਿਲਾਂ ਵੀ ਕਿਹਾ ਸੀ ਵੀ 2018 ਦੀ ਇੱਕ ਐਗਰੀਕਲਚਰ ਪਾਲਿਸੀ ਪਈ ਹੈ, ਉਹ ਧੂੜ ਫਾਂਕ ਰਹੀ ਹੈ ਉੱਤੇ, ਕੋਈ ਉਹਨੂੰ ਉਹ ਸਾਫ਼ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਬਹਿਸ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਉਸ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਹੁਣ ਡਾਕਟਰ ਸੁਖਪਾਲ ਸਿੰਘ ਦੇ ਅਧੀਨ ਇੱਕ ਹੋਰ ਕਮੇਟੀ ਬਣਾਤੀ ਹੈ, ਉਹਦੇ ਬਾਰੇ ਵੀ ਇਹ ਕਿਹਾ ਜਾ ਰਿਹਾ ਵੀ ਉਹ ਜਿਹੜੀ ਕਮੇਟੀ ਹੈ ਉਹ ਨਵੀਂ ਉਹ ਕਰੇਗੀ। ਦੇਖੋ ਅੱਜ ਇੱਕ ਮੈਂ ਤੁਹਾਨੂੰ ਦੱਸਾਂ, ਆਪਾਂ ਅਗਲੇ ਦਿਨਾਂ 'ਚ ਕਰਾਂਗੇ ਜੇਕਰ ਮੈਂ ਥੋੜੀ ਡਿਟੇਲ ਲੈ ਕੇ ਆਊਂਗਾ ਇਹਦੇ ਤੇ। ਇਹ ਨਹੀਂ ਹੈ ਕਿ ਪਿਛਲੇ 4-5 ਸਾਲਾਂ 'ਚ ਪੰਜਾਬ ਦੇ ਐਗਰੀ ਐਕਸਪੋਰਟ ਨੇ ਕੰਮ ਨਹੀਂ ਕੀਤਾ, ਜਿਹੜੀ ਕਾਰਪੋਰੇਸ਼ਨ ਸਾਡੀ ਹੈਗੀ ਹੈ, ਪਰ ਕੀਤਾ। ਲੇਕਿਨ ਉਹਦਾ ਜਿਹੜਾ ਉਹ ਕੰਮ ਹੈ ਉਹ ਇੰਨਾ ਕੁ ਛੋਟਾ ਹੈ ਕਿ ਜਦ ਤੱਕ ਉਹਨੂੰ ਸਟੇਟ ਦੀ ਜਾਂ ਗਵਰਨਮੈਂਟ ਆਫ ਇੰਡੀਆ ਤੋਂ ਥੋੜੀ ਬਹੁਤ ਵੀ ਸਪੋਰਟ ਨਹੀਂ ਮਿਲਦੀ ਉਹ ਜ਼ਿਆਦਾ ਵੱਧ ਨਹੀਂ ਸਕਦਾ। ਥੋੜੀ ਸਪੋਰਟ ਉਹਨੂੰ ਲੋੜ ਹੈਗੀ ਹੈ ਉਹਨੂੰ ਕਰਨ ਦੀ। ਪਰ ਤੁਸੀਂ ਦੇਖੋ ਕਿ ਸਾਡਾ ਬਾਸਮਤੀ, ਇਸ ਤੇ ਹਰ ਵਾਰੀ ਇਹ ਇਲਜ਼ਾਮ ਰੱਖ ਕੇ ਸਾਡਾ ਰੁਕ ਜਾਂਦਾ ਹੈ ਕਿ ਜੀ ਇਸ 'ਚ ਕੈਮੀਕਲ ਜ਼ਿਆਦਾ ਆ ਰਿਹਾ ਹੈ। ਕੀ ਸਾਡੀਆਂ ਸਰਕਾਰਾਂ ਇਸ ਤੇ ਕੋਈ ਕੋਸ਼ਿਸ਼ ਨਹੀਂ ਕਰ ਸਕਦੀਆਂ ਵੀ ਜਿਹੜੀ ਸਾਡੀ ਅੰਮ੍ਰਿਤਸਰ ਤੋਂ ਲੈ ਕੇ ਇੱਥੇ ਦੀ ਬੈਲਟ ਹੈ ਮੋਹਾਲੀ ਤੱਕ ਵਾਲੀ, ਜਿਹੜੀ ਬਾਸਮਤੀ ਬਹੁਤ ਅੱਛਾ ਪ੍ਰੋਡਿਊਸ ਕਰ ਸਕਦੀ ਹੈ, ਅਸੀਂ ਘੱਟੋ ਘੱਟ ਇਸ ਖਿੱਤੇ ਨੂੰ ਜਾਂ ਇਸ ਏਰੀਏ ਨੂੰ ਕੈਮੀਕਲ ਫ੍ਰੀ ਕਰ ਲਈਏ, ਜਾਂ ਉਨਾ ਕੁ ਕਰ ਦਈਏ ਵੀ ਯਾਰ ਇਹ ਕੈਮੀਕਲ ਸਾਡੇ ਐਕਸਪੋਰਟ ਪ੍ਰਭਾਵਿਤ ਨਾ ਕਰੇ। ਹਰਿਆਣਾ ਦਾ ਜਿਹੜਾ ਵਧਿਆ ਹੈਗਾ ਉਹ ਸਿਰਫ ਇਸੇ ਕਰਕੇ ਵਧਿਆ, ਉਹਨਾਂ ਦਾ ਐਕਸਪੋਰਟ ਬਾਸਮਤੀ ਤੋਂ ਆਇਆ ਜ਼ਿਆਦਾ, ਤੇ ਔਰ ਬਾਸਮਤੀ ਦੀ ਬਹੁਤ ਡਿਮਾਂਡ ਹੈ। ਸਾਡਾ ਸ਼ਹਿਦ ਘਟ ਗਿਆ। ਦੇਖੋ ਇਸ ਵਾਰੀ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਸੀਗਾ ਕਿ ਸਾਡੇ ਸ਼ਹਿਦ ਦੇ ਜਿਹੜੇ ਕੰਟੇਨਰ ਨੇ ਉਹ ਭਰੇ ਭਰਾਏ ਰਾਜਸਥਾਨ ਤੋਂ ਵਾਪਸ ਆ ਗਏ ਹੈ, ਕਿਉਂਕਿ ਸਾਨੂੰ ਕੋਈ ਆਰਡਰ ਨਹੀਂ ਮਿਲਿਆ। 80% ਤੋਂ ਉੱਪਰ ਸਾਡਾ ਕੱਲਾ USA ਜਾਂਦਾ ਸੀ ਸ਼ਹਿਦ, ਜੋ ਇਸ ਬਾਰੇ ਨਹੀਂ ਗਿਆ। ਕਿੰਨਾ ਲਾਸ ਹੋ ਗਿਆ ਸਾਡੇ ਫਾਰਮਰਸ ਨੂੰ, ਜਾਂ ਉਹ ਵਾਲੇ ਬੰਦੇ ਜਿਹੜੇ ਡਾਈਵਰਸੀਫਾਈ ਕਰ ਰਹੇ ਸੀ ਆਪਾਂ ਨੂੰ, ਉਹ ਕਿੰਨਾ ਲਾਸ ਦੇ ਵਿੱਚ ਨੇ। ਕੀ ਅਸੀਂ ਉਹਨਾਂ ਨੂੰ ਕੋਈ ਇੱਕ ਛੋਟੀ ਜਿਹੀ ਇਮਦਾਦ ਦਿੱਤੀ ਹੈ ਕਿ ਹਾਂ ਕੋਈ ਗੱਲ ਨਹੀਂ, ਤੁਹਾਡਾ ਲਾਸ ਹੋ ਗਿਆ ਤਾਂ ਤੁਸੀਂ ਵੇਟ ਕਰੋ, ਅਸੀਂ ਤੁਹਾਨੂੰ ਇੱਥੋਂ ਇਮਦਾਦ ਦੇ ਦਿੰਦੇ ਹਾਂ, ਇੱਥੋਂ ਲੋਨ ਉਪਲਬਧ ਕਰਾ ਦਿੰਦੇ ਹਾਂ। ਅਸੀਂ ਦੇਖੋ ਸਾਰੀਆਂ ਸਟੇਟਾਂ ਰੰਧਾਵਾ ਸਾਹਿਬ ਖੁਦ ਕੰਮ ਕਰ ਰਹੀਆਂ ਨੇ। ਛੱਤੀਸਗੜ੍ਹ ਵਰਗੀ ਇੱਕ ਬਿਲਕੁਲ
ਆਪਾਂ ਕਹਿੰਦੇ ਜਿਹਨਾਂ ਕੋਲ ਕੋਈ ਵੀ ਇਨਫਰਾਸਟ੍ਰਕਚਰ ਨਹੀਂ ਹੈ, ਉਹਨੇ ਵੀ ਆਪਣੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਗੋਦਾਮ ਬਣਾ ਕੇ ਸਹਿਕਾਰੀ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਉਹਦੇ ਨਾਲ ਜੋੜਿਆ, ਤੇ ਉਹ ਕੀ ਕਰਦੇ ਆ, ਸਾਰੀ ਪ੍ਰੋਡਿਊਸ ਪਹਿਲਾਂ ਆਪਣੇ ਕੋਲ ਹੀ ਰੱਖ ਦਿੰਦੇ। ਉਹ ਮੰਡੀਆਂ 'ਚ ਸਾਡੇ ਵਾਂਗੂ ਨਹੀਂ ਛੱਡਦੇ, ਜਿਵੇਂ ਸਾਡੇ ਕਿਸਾਨ ਨੂੰ ਇੱਕਦਮ ਮੰਡੀਆਂ 'ਚ ਗਲਤ ਲਿਆ ਦਿੰਦੇ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹਨੂੰ ਆਪਣੇ ਗੋਦਾਮਾਂ 'ਚ ਰੱਖਦੇ ਨੇ, ਤੇ ਜਿਹੜੀਆਂ ਸਾਡੇ ਉਹਨਾਂ ਦੇ ਕੋਆਪਰੇਟਿਵ ਬੈਂਕ ਨੇ, ਉਨੀ ਜਿਹੜੀ ਪ੍ਰੋਡਿਊਸ ਹੈ ਉਹਦਾ 70 to 80% ਉਹਨਾਂ ਨੂੰ ਦੇ ਦਿੰਦੇ ਆ ਕਿ ਤੁਸੀਂ ਜਾਓ ਆਪਣਾ ਕੰਮ ਸਾਰ ਲਓ, ਅਗਲੀਆਂ ਫਸਲਾਂ ਲਗਾ ਲਓ। ਇਹ ਜਦੋਂ ਮਾਰਕੀਟ ਦੇ ਵਿੱਚ ਸਾਰਾ ਗਲਟ ਖਤਮ ਹੋ ਜਾਏਗਾ ਤੇ ਜਿਉਂ-ਜਿਉਂ ਰੇਟ ਵਧਣਗੇ ਫਿਰ ਉਸ ਤਰ੍ਹਾਂ ਆਪਾਂ ਹੌਲੀ-ਹੌਲੀ ਇਹਨੂੰ ਕੱਢਾਂਗੇ, ਤਾਂ ਉਹਦੇ ਨਾਲ ਉਹਨਾਂ ਨੂੰ ਆਮਦਨੀ ਵੀ ਦੇਖੋ ਉਹਨਾਂ ਦੀ ਵਧ ਗਈ ਹੈ। ਇਸੇ ਕਰਕੇ ਛੱਤੀਸਗੜ੍ਹ ਵਰਗੀਆਂ ਸਟੇਟਾਂ ਸਾਡੇ ਤੋਂ ਹੁਣ ਉੱਪਰ ਜਾਣ ਲੱਗ ਗਈਆਂ ਨੇ। ਸਾਡੇ ਲਈ ਇਹ ਚਿੰਤਾ ਵਾਲੀ ਗੱਲ ਹੋਣੀ ਚਾਹੀਦੀ ਸੀ, ਪਰ ਮੈਨੂੰ ਬੜੀ ਚਿੰਤਾ ਮੇਰੀ ਇਹ ਹੈ ਕਿ ਸਾਡੀਆਂ ਪਿਛਲੀਆਂ 3-4 ਸਰਕਾਰਾਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਕਹਾਂਦੀਆਂ ਇਹ ਰਹੀਆਂ ਨੇ ਕਿ ਜੀ ਅਸੀਂ ਕਿਸਾਨਾਂ ਦੇ ਹਮਦਰਦ ਆ, ਮੁਦਈ ਆ, ਉਹਨਾਂ ਨੇ ਇਸ ਪਾਸੇ ਵੱਲ ਨੂੰ ਕੋਈ ਧਿਆਨ ਨਹੀਂ ਦਿੱਤਾ ਤੇ ਸਾਨੂੰ ਸਿਰਫ ਔਰ ਸਿਰਫ ਕਣਕ ਤੇ ਝੋਨੇ ਤੱਕ ਮਤਲਬ ਸੀਮਿਤ ਕਰਕੇ ਰੱਖਤਾ ਹੈ ਔਰ ਦੇਤੀ ਹੈ ਕਿ ਵੀ ਇੱਕ MSP ਪੰਜਾਬ ਨੂੰ ਮਿਲਦੀ ਹੈ। ਅਸੀਂ ਮੈਨੂੰ ਲੱਗਦਾ ਕਿ ਇਹ ਸਾਡੀ ਜਿਹੜੀ MSP ਹੈ ਇਹੀ ਸਾਡੇ ਲਈ ਇੱਕ ਜਿਹੜਾ ਮਤਲਬ ਸਾਨੂੰ ਖਰਾਬ ਕਰਨ ਦਾ ਇੱਕ ਸਭ ਤੋਂ ਵੱਡਾ ਜਰੀਆ ਵੀ ਬਣ। ਹਾਂ, ਇਹ ਸ਼ਰਾਪ ਵਰਗੀ ਵੀ ਸਥਿਤੀ ਹੈ। ਵੈਸੇ ਸਾਡੀ ਮਾਨਸਿਕਤਾ ਵੀ ਇੰਦਰਪ੍ਰੀਤ ਜੀ ਇਹੋ ਜਿਹੀ ਹੈ, ਤੁਸੀਂ ਕਹਿ ਰਹੇ ਹੋ ਨਾ ਕਿ ਉਹ ਤਾਂ ਆਪਣੀ ਫਸਲ ਸਾਂਭ ਲੈਂਦੇ ਆ, ਅਸੀਂ ਫਸਲ ਸੁੱਟ ਕੇ ਆਉਂਦੇ ਆ, ਸੁੱਟ ਕੇ ਆਉਂਦੇ ਬਿਲਕੁਲ, ਅਸੀਂ ਵੇਚ ਕੇ ਨਹੀਂ ਆਉਂਦੇ ਕਦੇ ਅਸੀਂ ਸ਼ਬਦ ਹੀ ਨਹੀਂ ਯੂਜ਼ ਕਰਦੇ ਕਿ ਅਸੀਂ ਵੇਚ ਕੇ ਆਏ ਹਾਂ। ਅਸੀਂ ਸ਼ਬਦ ਯੂਜ਼ ਕਰਦੇ ਆ ਵੀ ਸਿੱਟ ਆਏ, ਤੇ ਸਿੱਟਣ ਤੇ ਵੇਚਣ ਚ ਰੰਧਾਵਾ ਸਾਹਿਬ ਬਹੁਤ ਫਰਕ ਹੈ ਨਾ। ਦੇਖੋ ਭਾਵੇਂ ਅਸੀਂ ਇਹ ਸ਼ਬਦ ਯੂਜ਼ ਕਰਦੇ ਹਾਂ, ਅਸੀਂ ਸਿੱਟ ਕੇ ਆਏ ਹਾਂ, ਪਰ ਫਿਰ ਵੀ ਝੋਨੇ ਪੈਡੀ ਤੋਂ ਪੰਜਾਬ ਦਾ ਕਿਸਾਨ ਨਿਕਲਦਾ ਹੀ ਨਹੀਂ। ਕਿਉਂ ਨਹੀਂ ਨਿਕਲਦਾ? ਕਾਰਨ ਕਿ ਪੰਜਾਬ ਉਹ ਉਗਾ ਰਿਹਾ ਜਿਹੜਾ ਆਪ ਨਹੀਂ ਖਾਂਦਾ। ਕਣਕ ਪੰਜਾਬ ਦੀ ਬਹੁਤ ਘੱਟ ਪੰਜਾਬੀ ਖਾਂਦੇ ਨੇ, MP ਦੀ ਕਣਕ ਮੰਗਾ ਕੇ ਜਿਹੜੇ ਰਸੂਖਦਾਰ ਨੇ ਉਹ ਖਾਂਦੇ ਨੇ। ਔਰ ਗੱਲ ਰਹੀ ਝੋਨੇ ਦੀ, ਤੇ ਝੋਨੇ ਦੇ ਵਿੱਚ ਬਾਸਮਤੀ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ, ਜਦ ਕਿ ਪੰਜਾਬੀ ਬਹੁਤੇ ਬਾਸਮਤੀ ਖਾ ਰਹੇ ਨੇ। ਆ ਪਰਮਲ ਜਿਹੜੇ ਪੰਜਾਬ ਦੇ ਵਿੱਚ ਉਗਦੇ ਨੇ ਬਾਹਰ ਦੇਸ਼ ਦੇ ਵਿੱਚ, ਯਾਨੀ ਸਾਡੀ ਉਗਾਈ ਹੋਈ ਫਸਲ ਦੀ ਮਾਰਕੀਟ ਹੈਗੀ ਹੈ ਬਾਹਰ, ਔਰ ਜੇ ਉਸ ਮਾਰਕੀਟ ਦੇ ਵਿੱਚ ਵਾਧਾ ਘਾਟਾ ਹੁੰਦਾ ਸਿੱਧਾ ਅਸਰ ਸਾਨੂੰ ਪੈਂਦਾ ਹੈ, ਕਿਉਂਕਿ ਅਸੀਂ ਸਰਕਾਰ ਵੱਲ ਦੇਖਦੇ ਨੇ ਕਿ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਖਰੀਦੇਗੀ। ਸਰਕਾਰ ਨੇ ਹੁਣ ਖਰੀਦ ਕੇ ਆਪਣੇ ਘਰ ਦੇ ਵਿੱਚ ਤੇ ਸਟੋਰ ਕਰਨੀ ਨਹੀਂ, ਜੇ ਸਟੋਰ ਪਹਿਲੇ ਹੀ ਭਰੇ ਨੇ। ਹੁਣ ਅੱਜ ਕਣਕ ਦੇ ਸਾਰੇ ਸਟੋਰ ਖਾਲੀ ਨੇ, ਹੁਣ ਬਾਰਿਸ਼ ਕਰਕੇ ਕਣਕ ਹੋਰ ਪਿਟ ਗਈ। ਅੱਜ ਦੀ ਡੇਟ ਵਿੱਚ ਕਣਕ ਦਾ ਜਿਹੜਾ ਮੁੱਲ ਪਾਣਾ ਸੀਗਾ ਉਹ ਬਿਲਕੁਲ ਹੀ ਆਪਣੇ ਆਪ ਵਿੱਚ ਖਰਾਬ ਹੀ ਹੋ ਗਈ। ਕੰਪਨਸੇਸ਼ਨ ਦੀ ਗੱਲ ਤੁਰ ਰਹੀ ਹੈ। ਔਰ ਐਕਸਪੋਰਟ ਦੇ ਜਿਹੜੇ ਆંકੜੇ ਨੇ ਨਾ, ਉਹ ਇੰਦਰਪ੍ਰੀਤ ਜੀ ਦੱਸਣਾ ਭੁੱਲ ਗਏ, ਜੋ ਵਾਕਈ ਪੰਜਾਬ ਦੇ ਵਾਸਤੇ ਇੱਕ ਬੜਾ ਧੱਕਾ ਜਿਹਾ ਹੈਗਾ। ਤੁਸੀਂ ਇਹ ਦੇਖੋ ਕਿ 2017-18 ਦੇ ਵਿੱਚ ਪੰਜਾਬ ਦਾ ਐਕਸਪੋਰਟ ਟੋਟਲ ਐਗਰੀਕਲਚਰ ਐਕਸਪੋਰਟ ਦੀ ਗੱਲ ਕਰ ਰਹੇ, ਐਗਰੋ ਐਕਸਪੋਰਟ ਦੀ $2678 ਮਿਲੀਅਨ ਸੀਗਾ, ਤੇ 2020-21 ਦੇ ਵਿੱਚ ਇਹ $2746 ਮਿਲੀਅਨ ਰਹਿ ਗਿਆ। ਔਰ ਹਰਿਆਣਾ ਦਾ ਦੇਖੋ, ਨਹੀਂ ਇਹ ਮੈਂ ਹਰਿਆਣਾ ਦਾ ਦਿੱਤਾ, ਪੰਜਾਬ ਦਾ ਹੈਗਾ ਹਰਿਆਣਾ ਬੋਲ ਕੇ, ਇਹ ਹਰਿਆਣਾ ਦਾ $1545 ਮਿਲੀਅਨ। ਔਰ 2021-22 ਦੇ ਵਿੱਚ ਸਿਰਫ $978 ਮਿਲੀਅਨ ਰਹਿ ਗਿਆ। ਇਹ ਜਿਹੜਾ ਮੈਂ ਪਹਿਲੇ ਆંકੜਾ ਦਿੱਤਾ ਉਹ ਹਰਿਆਣਾ ਦਾ ਦਿੱਤਾ ਸੀਗਾ। ਪੰਜਾਬ ਐਵੇਂ ਹੀ ਖੁਸ਼ ਨਾ ਹੋਏ ਕਿ ਗਲਤੀ ਨਾਲ ਪੰਜਾਬ ਦੇ ਖਾਤੇ 'ਚ ਪੈ ਗਿਆ। ਹਰਿਆਣੇ ਦਾ 2017-18 ਦੇ ਵਿੱਚ $2678 ਮਿਲੀਅਨ ਸੀਗਾ, ਤੇ ਜਿਹੜਾ 2020-21 ਦੇ ਵਿੱਚ $2746 ਮਿਲੀਅਨ ਸੀਗਾ। ਪੰਜਾਬ ਦਾ ਥੱਲੇ ਤੇ ਹਰਿਆਣਾ ਦਾ ਉੱਤੇ। ਔਰ ਜਿਹੜਾ ਹਿਮਾਚਲ ਹੈ, ਛੋਟਾ ਜਿਹਾ ਸੂਬਾ ਹੈ, ਪਹਾੜੀ ਸੂਬਾ ਹੈ, ਉੱਥੇ ਵੀ ਇਨਕਰੀਜ਼ ਹੋਇਆ ਹੈ ਐਕਸਪੋਰਟ, ਖਾਸ ਕਰਕੇ ਐਗਰੀਕਲਚਰ ਐਕਸਪੋਰਟ। ਹਿਮਾਚਲ ਦੇ ਸੇਬਾਂ ਦੀ ਮੰਗ ਦੁਬਈ ਤੇ ਹੋਰ ਕੰਟਰੀਆਂ ਦੇ ਵਿੱਚ ਬੜੀ ਵੱਧ ਗਈ ਹੈ। ਔਰ ਹਿਮਾਚਲ ਦੇ ਵਿੱਚ 2017-18 ਦੇ ਵਿੱਚ ਜਿਹੜਾ ਟੋਟਲ ਐਕਸਪੋਰਟ ਸੀਗਾ ਉਹ $27 ਮਿਲੀਅਨ ਦਾ ਸੀਗਾ, ਜਿਹੜਾ ਵੱਧ ਕੇ 2020-21 ਦੇ ਵਿੱਚ $46 ਮਿਲੀਅਨ ਹੋ ਗਿਆ। ਹੁਣ ਦੱਸੋ ਪੰਜਾਬ ਕਿੱਥੇ ਖੜਾ ਹੈ? ਸਰੋਂ ਦਾ ਸਾਗ ਵੇਚ ਕੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਉਹ ਜਿਹੜਾ ਸੋਹਣਾ ਪੰਜਾਬ ਦਾ ਯਾਨੀ ਮਾਰਕਫੈਡ ਦੇ ਰਾਹੀਂ ਕੁਝ ਕਮਾ ਲਈਏ। ਇੱਕ ਵਾਰ ਮਾਰਕਫੈਡ ਨੇ ਆਲੂ ਵਾਲਿਆਂ ਦੇ ਵਾਸਤੇ ਕੋਈ ਰਾਹਤ ਦਿੱਤੀ ਸੀ ਕਿ ਅਸੀਂ ਤੁਹਾਡਾ ਆਲੂ ਐਕਸਪੋਰਟ ਕਰਾਂਗੇ, ਪਰ ਉਹ ਵੀ ਫੇਲ ਹੋ ਗਿਆ। ਜਦ ਤੱਕ ਤੁਸੀਂ ਮਾਰਕੀਟਿੰਗ ਸਿਸਟਮ ਨੂੰ ਡਿਵੈਲਪ ਨਹੀਂ ਕਰੋਗੇ, ਪਾਕਿਸਤਾਨ ਦੇ ਨਾਲ ਬਾਰਡਰ ਨਹੀਂ ਖੋਲੋਗੇ, ਸਾਡਾ ਟਮਾਟਰ ਉੱਥੇ ਜਾਏ ਤੇ ਉੱਥੋਂ ਤੋਂ ਡਰਾਈ ਫਰੂਟ ਸਾਡੇ ਇੱਥੇ ਆਏ, ਸਾਡਾ ਫਰੂਟ ਉੱਥੇ ਜਾਏ, ਯਾਨੀ ਇਹ ਸਿਸਟਮ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਹੀ ਡਾਈਵਰਸੀਫਿਕੇਸ਼ਨ ਦੀ ਕੈਂਪੇਨ ਵੀ ਕਿਸੇ ਹੱਦ ਤੱਕ ਸਕਸੈਸਫੁਲ ਹੋ ਸਕਦੀ ਹੈ। ਵਰਨਾ ਅਸੀਂ ਉਹੀ ਚੀਜ਼ਾਂ ਉਗਾਉਂਦੇ ਰਵਾਂਗੇ ਜਿਹਦੀ ਮੰਗ, ਜਿਹਦੇ ਰੇਟ ਸਰਕਾਰਾਂ ਦੇ ਉੱਤੇ ਡਿਪੈਂਡ ਕਰਦੇ ਨੇ, ਔਰ ਮੰਗ ਬਾਹਰ ਦੇ ਦੂਜੇ ਸੂਬਿਆਂ ਦੇ ਵਿੱਚ ਕਿੰਨੀ ਕੁ ਹੈਗੀ ਹੈ ਉਹਦੇ ਉੱਤੇ ਸਾਨੂੰ ਖੱਜਲ ਖੁਆਰੀ ਕਰਨੀ ਪਏਗੀ। ਮੈਨੂੰ ਇਹ ਲੱਗਦਾ ਹੈ ਕਿ ਇਸ ਸਿਚੁਏਸ਼ਨ ਤੋਂ ਪੰਜਾਬ ਨੂੰ ਨਿਕਲਣਾ ਚਾਹੀਦਾ ਹੈ
ਔਰ 100 ਕਰੋੜ 1000 ਕਰੋੜ ਦੇ ਡਾਈਵਰਸਿਫਿਕੇਸ਼ਨ ਦੇ ਬਜਟ ਐਲੋਕੇਸ਼ਨ ਦੇ ਨਾਲ ਗੱਲ ਨਹੀਂ ਬਣਦੀ, ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਜੀ ਰੰਧਾਵਾ ਇਹਦੇ ਚ ਰੰਧਾਵਾ ਇੱਕ ਪੁਆਇੰਟ ਮੇਰਾ ਰਹਿ ਗਿਆ। ਤੁਸੀਂ ਦੇਖੋ ਅਸੀਂ ਦੋ ਵੱਡੇ ਸੰਸਥਾਨ ਬਣਾਏ ਸੀਗੇ, ਇੱਕ ਮਾਰਕਫੈਡ ਔਰ ਇੱਕ ਸੀਗਾ ਸਾਡਾ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ। ਮਾਰਕਫੈਡ ਦਾ ਕੰਮ ਸਿਰਫ ਇਦਾਂ ਕਿ ਕਿਸਾਨਾਂ ਤੋਂ ਜਿਹੜੀ ਜਿੰਸ ਲਿੱਤੀ ਜਾਂਦੀ ਹੈ ਉਹਨੂੰ ਪ੍ਰੋਸੈਸ ਕਰਕੇ ਤਿਆਰ ਕਰਕੇ ਦੇਸ਼ਾਂ ਤੇ ਵਿਦੇਸ਼ਾਂ ਦੋਨਾਂ 'ਚ ਭੇਜੀ। ਪਰ ਐਗਰੋ ਐਕਸਪੋਰਟ ਕਾਰਪੋਰੇਸ਼ਨ ਦਾ ਤਾਂ ਨਿਰੋਲ ਇਹੀ ਸੀ ਕਿ ਉਹ ਕੰਟਰੈਕਟ ਫਾਰਮਿੰਗਾਂ ਕਰਵਾ ਕੇ ਫਾਰਮਰਸ ਤੋਂ ਉਹਨੂੰ ਸਾਰੀ ਐਕਸਪੋਰਟ ਕਰੇ, ਉਹ ਕੱਲਾ ਐਕਸਪੋਰਟ ਤੇ ਸੀ। ਪਰ ਇਹ ਦੋਨੋਂ ਜਿਹੜੀਆਂ ਵੱਡੀਆਂ ਸੰਸਥਾਵਾਂ ਸੀ, ਇਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਵੀ ਔਰ ਸਟੇਟਾਂ ਨੇ ਵੀ ਲਗਾਤਾ ਕਿ ਤੁਸੀਂ ਕਣਕ ਝੋਨੇ ਤੋਂ ਬਾਹਰ ਨਹੀਂ ਆਣਾ, ਕਣਕ ਝੋਨਾ ਖਰੀਦੋ। ਇਸ ਕਰਕੇ ਜਿਹੜੀ ਇਹਨਾਂ ਦੀ ਮੇਨ ਉਹ ਸੀ ਫੋਕਸ, ਉਹ ਦੋਨਾਂ ਦਾ ਡਾਈਵਰਟ ਹੋ ਗਿਆ। ਕੈਪਟਨ ਸਾਹਿਬ ਨੇ ਜ਼ਰੂਰ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੋਨਾਂ ਨੂੰ ਹਟਾਇਆ ਜਾਏ, ਕਿ ਨਹੀਂ ਇਹ ਦੋਨੋਂ ਆਪਣੇ ਉਹੀ ਕੰਮ ਕਰਨ ਜੋ ਇਹਨਾਂ ਲਈ ਇਹਨੂੰ ਬਣਾਇਆ ਹੈ। ਤਾਂ ਪੰਜਾਬ ਐਗਰੋ ਐਕਸਪੋਰਟ ਨੂੰ ਤਾਂ ਉਹਨਾਂ ਨੇ ਇਸ ਤੋਂ ਬਾਹਰ ਕਰਤਾ, ਪਰ ਮਾਰਕਫੈਡ ਅੱਜ ਵੀ ਕਣਕ ਤੇ ਝੋਨਾ ਖਰੀਦ ਰਿਹਾ ਤੇ ਦੇਖੋ ਇੰਨਾ ਘਾਟਾ ਵੀ ਖਾ ਰਹੇ ਨੇ, ਮਤਲਬ ਇਹ ਖਰੀਦ ਕੇ। ਪਲੱਸ ਜਿਹੜਾ ਉਹਨਾਂ ਦਾ ਫੋਕਸ ਸੀਗਾ, ਫੋਕਸ ਏਰੀਆ ਸੀਗਾ, ਉਹ ਵੀ ਸਾਰੇ ਦਾ ਸਾਰਾ ਖਰਾਬ ਹੋਈ ਜਾ ਰਿਹਾ। ਕਿਸੇ ਟਾਈਮ ਇਹ ਏਸ਼ੀਆ ਦਾ ਸਭ ਤੋਂ ਵੱਡਾ ਸਹਿਕਾਰੀ ਸੰਸਥਾਨ ਸੀ, ਜਿਹੜਾ ਬਹੁਤ ਸਾਰੇ ਕੰਟਰੀਜ਼ ਨੂੰ ਮਤਲਬ ਪ੍ਰੋਸੈਸਡ ਫੂਡ ਜਿਹੜਾ ਹੈਗਾ ਉਹ ਉਪਲਬਧ ਕਰਾਉਂਦਾ ਸੀ। ਸਾਡੇ ਐਕਸਪੋਰਟ ਉਹਦੇ ਹੀ ਵੱਧਦੇ ਸੀ। ਲੇਕਿਨ ਇਹ ਡੇ ਬਾਈ ਡੇ ਅਸੀਂ ਜਦੋਂ ਤੋਂ ਇਹਨਾਂ ਨੂੰ ਵੀਟ ਤੇ ਪੈਡੀ ਦੇ ਵਿੱਚ ਖਰੀਦ ਕਰਨ ਲਈ ਫਸਾਤਾ ਹੈ, ਅਸੀਂ ਆਪਣਾ ਉਹ ਫੋਕਸ ਏਰੀਆ ਹੀ ਗਵਾਤਾ। ਖੈਰ ਆਪਾਂ ਭਾਸਕਰ ਸਾਹਿਬ ਦੀ ਉਸ ਟਿੱਪਣੀ ਦੇ ਉੱਤੇ ਗੱਲ ਨੂੰ ਖਤਮ ਕਰ ਦਿੰਦੇ ਆ। ਭਾਸਕਰ ਸਾਹਿਬ ਕਹਿੰਦੇ ਵੀ ਪੰਜਾਬੀ ਐਵੇਂ ਖੁਸ਼ ਨਾ ਹੋਈ ਜਾਣ। ਪੰਜਾਬੀ ਖੁਸ਼ ਹੋਣਾ ਭੁੱਲ ਗਏ ਭਾਸਕਰ ਸਾਹਿਬ। ਇਹ ਹੁਣ ਇਹ ਛੋਟੇ ਮੋਟੇ ਅੰਕੜਿਆਂ ਤੇ ਨਹੀਂ ਜਾਂਦੇ, ਇਹ ਖੇਤੀ ਦੀਆਂ ਗੱਲਾਂ ਨੂੰ ਤਵੱਜੋ ਹੀ ਨਹੀਂ ਦਿੰਦੇ। ਉਹ ਤਾਂ ਪੋਲਿਟਿਕਸ 'ਚ ਜਾਣਾ ਚਾਹੁੰਦੇ ਆ, ਪੋਲਿਟਿਕਸ ਦੀਆਂ ਗੱਲਾਂ ਕਰਦੇ ਆ। ਔਰ ਮੈਂ ਅੱਜ ਕੱਲ੍ਹ ਪੰਜਾਬੀਆਂ ਨੂੰ ਅਥਰੂਆਂ ਨਾਲ ਖੁਸ਼ ਹੁੰਦੇ ਵੇਖਦਾ। ਏਅਰਪੋਰਟਾਂ ਤੇ ਬੱਚੇ ਤੋਰ ਕੇ ਨਾਲੇ ਰੋ ਰਹੇ ਹੁੰਦੇ ਆ ਤੇ ਨਾਲੇ ਤਸੱਲੀ ਜ਼ਾਹਰ ਕਰ ਰਹੇ ਹੁੰਦੇ ਆ ਕਿ ਚੱਲ ਨਿਕਲਿਆ, ਸੈੱਟ ਹੋ ਜਾਊ। ਇਹੀ ਸਾਡੀ ਹੋਣੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।